ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ। ਤੇ ਡੱਲਾ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ। तो कई मुद्दे ने जिन्हां दे उपर आपां अज चर्चा करनी है। सो सब तो पहला इसे तो शुरुआत करना चाहूंगी जरूर कि लुधियाने दे विच मुख मंत्री ने जो है झंडा तिरंगा तो लहरा दिता, पर फिर भी जो है विरोध कई थावां ते जरूर वेखण नूं मिलिया। हालांकि 92 सीटां नाल जित के आई सी आम आदमी पार्टी दी सरकार बनी है पंजाब दे विच ते पहला ही आजादी दिहाड़ा आया, झंडा लहराया गया, पर विरोध बहुत विरोधी सुर वेखण नूं मिले। बहुत थावां ते वख-वख थां ते विरोध प्रदर्शन होया। किवें देखदे हो? पहला इसे नूं समझण दी कोशिश करदे हां। देखो ਤੁਹਾਡੀ ਗੱਲ ਨੂੰ ਮੈਂ ਅੱਗੇ ਵਧਾਉਂਗਾ। ਉਸ ਤੋਂ ਪਹਿਲਾਂ ਮੈਂ ਦੋ ਸ਼ਬਦ ਦੱਸਦਾ ਕਿ ਭਗਵੰਤ ਮਾਨ ਹੋਣਾ ਨੇ ਸਨਅਤੀ ਕੇਂਦਰ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਇਆ। ਸੂਬਾ ਪੱਧਰੀ ਜਿਹੜਾ ਆਜ਼ਾਦੀ ਦਿਹਾੜੇ ਦਾ ਸਮਾਗਮ ਸੀ ਉਹ ਸਨਅਤੀ ਕੇਂਦਰ ਲੁਧਿਆਣਾ ਦੇ ਵਿੱਚ ਮਨਾਇਆ ਗਿਆ ਔਰ ਪਹਿਲੀ ਵਾਰੀ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਦਾ ਵਿਜ਼ਨ ਪੇਸ਼ ਕੀਤਾ, ਕਈ ਵੱਡੇ ਐਲਾਨ ਕੀਤੇ। ਦੇਖੋ ਐਲਾਨਾਂ ਦਾ ਤਾਂ ਅੱਜ ਕੱਲ੍ਹ ਰਿਵਾਜ਼ ਹੈ ਪੋਲੀਟੀਕਲ ਤੌਰ ਦੇ ਉੱਤੇ। ਭਗਵੰਤ ਮਾਨ ਹੋਣਾ ਨੇ ਕੁਝ ਪ੍ਰਾਪਤੀਆਂ ਕੀਤੀਆਂ ਨੇ ਆਪਣੀ 4 ਮਹੀਨੇ ਦੀ ਸਰਕਾਰ ਦੇ ਵਿੱਚ, ਉਹਨਾਂ ਦਾ ਉਲੇਖ ਕੀਤਾ। ਮੁਫਤ ਬਿਜਲੀ ਦੀ ਗੱਲ ਕੀਤੀ, ਹਾਲਾਂਕਿ ਬਿਜਲੀ ਸਮਝੌਤੇ ਰੱਦ ਕਰਨ ਦੀ ਕੋਈ ਗੱਲ ਨਹੀਂ ਕੀਤੀ। ਨਾ ਹੀ ਉਹਨਾਂ ਲੋਕਾਂ ਨੂੰ ਅੰਦਰ ਭੇਜਣ ਦੀ ਗੱਲ ਕੀਤੀ ਜਿਨ੍ਹਾਂ ਨੇ ਗਲਤ ਬਿਜਲੀ ਸਮਝੌਤੇ ਕੀਤੇ, ਕਿਉਂਕਿ ਇਹ ਆਮ ਆਦਮੀ ਪਾਰਟੀ ਦਾ ਮੰਨਣਾ ਸੀ। ਇਸੇ ਕਰਕੇ ਇਹ ਕਹਿ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਆਮ ਆਦਮੀ ਪਾਰਟੀ ਨੇ। ਪਰ ਚਲੋ ਭਗਵੰਤ ਮਾਨ ਹੋਣਾ ਨੇ ਮੁਹੱਲਾ ਕਲੀਨਿਕ ਯੋਜਨਾ ਦਾ ਖੁਲਾਸਾ ਕੀਤਾ ਔਰ ਇੱਕ ਤਰੀਕੇ ਨਾਲ ਭਗਵੰਤ ਮਾਨ ਹੋਣਾ ਨੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਰਵਾਇਤੀ ਗੱਲਾਂ ਸੀ ਉਹ ਸਾਰੀਆਂ ਕੀਤੀਆਂ। ਕਰਪਸ਼ਨ ਦੇ ਖਿਲਾਫ ਇੱਕ ਵਾਰ ਫੇਰ ਦੱਬ ਕੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ। ਕਰਪਸ਼ਨ ਵਾਲੀ ਹੈਲਪਲਾਈਨ ਭਗਵੰਤ ਮਾਨ ਹੋਣਾ ਦੀ ਚੰਗੀ ਹੈ। ਇੱਕ ਪੈਨਸ਼ਨ ਇੱਕ ਯੋਜਨਾ, ਵਿਧਾਇਕਾਂ ਦੀ ਪੈਨਸ਼ਨ ਇੱਕ ਹੋ ਗਈ, ਇਹ ਵੀ ਗੱਲ ਉਹਨਾਂ ਦੀ ਚੰਗੀ ਹੈ। ਕਈ ਕੰਮ ਚੰਗੇ ਕੀਤੇ ਆਮ ਆਦਮੀ ਪਾਰਟੀ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਜਿਹੜਾ ਵੱਡਾ ਲਾਰਾ ਲਾਇਆ ਸੀ, ਸਭ ਤੋਂ ਵੱਡਾ, ਇੱਕ ਤਾਂ ਕੈਪਟਨ ਅਮਰਿੰਦਰ ਨੇ ਲਾਇਆ ਸੀ, ਘਰ ਘਰ ਨੌਕਰੀ ਨਹੀਂ ਮਿਲੀ। ਫਿਰ ਇੱਕ ਬੜੇ ਪਵਿੱਤਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਕੈਪਟਨ ਅਮਰਿੰਦਰ ਨੇ ਸਹੁੰ ਖਾਧੀ ਸੀ, ਉਹ ਪੂਰੀ ਨਹੀਂ ਕਰ ਸਕੇ ਕੈਪਟਨ ਅਮਰਿੰਦਰ ਆਪਣੀ ਸਹੁੰ। ਹਾਲਾਂਕਿ ਉਹ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਸੀ ਆਪਣੇ ਵੇਲੇ, ਕਹਿੰਦੇ ਮੈਂ ਨਸ਼ਿਆਂ ਦਾ ਲੱਕ ਤੋੜਤਾ। ਅੱਜ ਤੱਕ ਲੱਕ ਹੀ ਲੱਭੀ ਜਾਂਦੇ ਨੇ ਲੋਕ ਵੀ ਨਸ਼ਿਆਂ ਦਾ ਲੱਕ ਭਾਈ ਲੱਗਿਆ ਕਿੱਥੇ ਹੁੰਦਾ। ਸੋ ਲੀਡਰ ਆਪਣੀ ਗੱਲ ਨੂੰ ਗੋਲ-ਮੋਲ ਕਰ ਜਾਂਦੇ ਨੇ ਹਰਜੋਤ ਜੀ ਕਈ ਵਾਰੀ। ਹੁਣ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ ਵੀ ਪੂਰੇ ਪੰਜਾਬ 'ਚ ਹਜ਼ਾਰਾਂ ਮੁਹੱਲਾ ਕਲੀਨਿਕ ਬਣਾ ਦਿਆਂਗੇ ਤੇ ਗੱਲ 75 ਤੇ ਆ ਗਈ। ਸੋ ਇਸੇ ਤਰ੍ਹਾਂ ਜਿਹੜੀ ਮੁਫਤ ਬਿਜਲੀ ਸੀ, ਹੁਣ ਗੱਲ ਆ ਗਈ ਘੱਟ ਲੋਕਾਂ ਤੱਕ ਵੀ ਜੇ 600 ਤੋਂ ਵੱਧ ਗਿਆ ਜਨਰਲ ਵਰਗ ਦਾ ਤੇ ਭਾਈ ਆ ਜਾਓ ਬਿੱਲ ਦੇ ਦਿਓ ਸਾਰੇ। ਹੁਣ ਇਸ ਕਰਕੇ ਅੱਧੀਆਂ ਪਛੱਦੀਆਂ ਜਿਹੜੇ ਯੋਜਨਾਵਾਂ ਨੇ ਉਹ ਅੱਧੀਆਂ ਪਛੱਦੀਆਂ ਹੀ ਪੂਰੀਆਂ ਹੁੰਦੀਆਂ ਨੇ। ਸੋ ਮੂੰਗੀ ਦੀ ਹਜੇ ਵੀ MSP, ਕਈ ਕਿਸਾਨਾਂ ਦੀ ਮੂੰਗੀ ਹਜੇ ਵਿਕੀ ਨਹੀਂ ਕਿਉਂਕਿ ਉਹ ਸਲਾਬ ਗਈ ਸੀ, MSP ਸਮੇਂ ਸਿਰ ਮਿਲੀ ਨਹੀਂ। ਸੋ ਇਸ ਕਰਕੇ ਸਰਕਾਰਾਂ ਆਪਣੇ ਕੰਮ ਦਾ ਗੁਣਗਾਨ ਬਹੁਤ ਕਰਦੀਆਂ ਨੇ। ਭਗਵੰਤ ਮਾਨ ਜੀ ਨੇ ਵੀ ਰੱਜ ਕੇ ਆਮ ਆਦਮੀ ਪਾਰਟੀ ਦਾ, ਆਪਣੀ ਸਰਕਾਰ ਦਾ ਗੁਣਗਾਨ ਕੀਤਾ। ਕਰਨਾ ਚਾਹੀਦਾ ਜਦੋਂ ਐਡੀ ਦੇਰ ਬਾਅਦ ਮੌਕਾ ਮਿਲੇ। ਫਿਰ ਵੀ ਭਗਵੰਤ ਮਾਨ ਸਰਕਾਰ ਦੀ ਕੋਸ਼ਿਸ਼ ਹੋਈ ਹੈ। ਹੁਣ ਜਿਹੜੀ ਗੱਲ ਹੈ ਤੁਹਾਡੀ, ਇਹ ਵੀ ਪਹਿਲੀ ਵਾਰੀ ਹੋਇਆ ਕਿ ਐਡਾ ਵੱਡਾ ਵਿਰੋਧ ਪਹਿਲੀ ਵਾਰੀ ਝੰਡਾ ਕਿਸੇ ਮੁੱਖ ਮੰਤਰੀ ਨੇ ਲਹਿਰਾਉਣਾ ਹੋਵੇ। ਸੋ ਆਮ ਆਦਮੀ ਪਾਰਟੀ ਦੀ ਜਿਹੜੀ ਹਵਾ ਸੀ ਨਾ ਜੀ ਹਰਜੋਤ ਜੀ, ਉਹ ਉੱਡ ਗਈ। ਹਵਾ 'ਚ ਜਿੱਤੇ ਸੀ, ਹਵਾ 'ਚ ਜਿੱਤੇ ਸੀ 92 ਸੀਟਾਂ। ਐਡੀ ਲਹਿਰ ਆਮ ਆਦਮੀ ਪਾਰਟੀ ਦੀ। ਨਵਜੋਤ ਸਿੰਘ ਸਿੱਧੂ ਵਰਗਾ ਕਿਰਦਾਰ ਹਾਰ ਗਿਆ, ਜਿਹਨੇ ਹੱਕ ਸੱਚ ਦੀ ਲੜਾਈ ਲੜੀ, ਜਿਹਨੇ ਕਰਪਸ਼ਨ ਨਹੀਂ ਕੀਤੀ, ਜਿਹਨੇ 1 ਰੁਪਈਆ ਕਰਪਸ਼ਨ ਦਾ ਨਹੀਂ ਲਿਆ, ਜਿਹਨੇ ਲੋਕ ਮਸਲਿਆਂ ਤੇ ਆਵਾਜ਼ ਬੁਲੰਦ ਕੀਤੀ, ਜਿਹਨੇ 3 ਰੁਪਏ ਬਿਜਲੀ ਸਸਤੀ ਕਰਾ ਕੇ ਦਮ ਲਿਆ, ਜਿਹਨੇ ਕੈਪਟਨ ਅਮਰਿੰਦਰ ਨਾਲ ਲੜਾਈ ਲੜੀ, ਜਿਹਨੇ ਬਰਗਾੜੀ ਦੇ ਇਨਸਾਫ ਲਈ ਲਗਾਤਾਰ ਸੰਘਰਸ਼ ਕੀਤਾ, ਜਿਹਨੇ ਉਦੋਂ DGP ਐਡਵੋਕੇਟ ਜਨਰਲ ਨੂੰ ਹਟਾਉਣ ਲਈ ਸੰਘਰਸ਼ ਕੀਤਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਤੇ ਖੜਨ ਵਾਲਾ ਵਿਅਕਤੀ ਆਮ ਆਦਮੀ ਪਾਰਟੀ ਦੀ ਹਵਾ 'ਚ ਇਸ ਕਰਕੇ ਹਾਰ ਗਿਆ ਕਿਉਂਕਿ ਅਖੀਰ 'ਚ ਜਦੋਂ ਇਮਤਿਹਾਨ ਨੇੜੇ ਸੀ, ਜਦੋਂ ਮੁਕਾਬਲਾ ਨੇੜੇ ਸੀ, ਉਦੋਂ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਸਿਆਸੀ ਤੌਰ ਤੇ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਝੱਲ ਸਕੀਆਂ ਕਿ ਅਸੀਂ ਨਵਜੋਤ ਸਿੰਘ ਸਿੱਧੂ ਵਰਗਾ ਮੁੱਦਿਆਂ ਤੇ ਲੜਨ ਵਾਲਾ ਵਿਅਕਤੀ ਮੁੱਖ ਮੰਤਰੀ ਦਾ ਚਿਹਰਾ ਬਣਾ ਦਈਏ। ਸੋ ਉਹ ਚਰਨਜੀਤ ਚੰਨੀ, ਚਲੋ ਬੜੇ ਕਾਬਲ ਨੇ ਚਰਨਜੀਤ ਚੰਨੀ, ਉਹਨਾਂ ਨੇ ਮਸਲਾ ਹੱਲ ਕੀਤਾ, 3 ਰੁਪਏ ਬਿਜਲੀ ਸਸਤੀ ਕੀਤੀ, ਕਈ ਹੋਰ ਮਸਲੇ ਵੀ ਚਰਨਜੀਤ ਚੰਨੀ ਨੇ ਹੱਲ ਕੀਤੇ। ਚਲੋ ਅੱਜ ਇਸ ਗੱਲ ਦੀ ਹੈਰਾਨਗੀ ਵੀ ਹੈ ਕਿ ਅੱਜ ਕਿੰਨਾ ਸਮਾਂ ਹੋ ਗਿਆ ਉਹ ਪੰਜਾਬ 'ਚੋਂ ਅਮਰੀਕਾ ਗਏ ਹੋਏ ਨੇ ਤੇ ਉਹਨਾਂ ਦੇ ਹਲਕੇ ਦੇ ਮਸਲੇ, ਸਾਡੇ ਪੰਜਾਬ ਦੇ ਮਸਲੇ ਉੱਥੇ ਹੀ ਖੜੇ ਨੇ।
ਅੱਜ ਚਰਨਜੀਤ ਚੰਨੀ ਉਹਨਾਂ ਨੂੰ ਸਾਡੇ ਮਸਲਿਆਂ ਤੇ ਲੜਾਈ ਲੜਨੀ ਚਾਹੀਦੀ ਸੀ। ਹੋ ਸਕਦਾ ਕੋਈ ਅਮਰੀਕਾ 'ਚ ਮਸਲੇ ਹੱਲ ਕਰਨ ਗਏ ਹੋਣ, ਜਦੋਂ ਵਾਪਸ ਆਉਣਗੇ ਫਿਰ ਦੱਸਣਗੇ ਵੀ ਮੈਂ ਕਿਹੜਾ ਕਿਹੜਾ ਮਸਲਾ ਹੱਲ ਕਰਕੇ ਆਇਆ। ਹੋ ਸਕਦਾ ਕਿਸੇ ਆਪਣੇ ਮਸਲੇ 'ਚ ਨਾ ਉਲਝੇ ਹੋਣ, ਰੱਬ ਸੁਲਝਾਵੇ ਉਹਨਾਂ ਦਾ ਵੀ ਮਸਲਾ। ਕਈ ਵਾਰੀ ਲੋਕਾਂ ਦੇ ਆਪਣੇ ਮਸਲੇ ਵੀ ਹੁੰਦੇ, ਨਿੱਜੀ ਮਸਲੇ ਹੁੰਦੇ, ਹੁਣ ਕੀ ਜਾਣਦੇ ਆ ਇਹ ਤਾਂ ਚੰਨੀ ਸਾਹਿਬ ਹੀ ਦੱਸਣਗੇ। ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਚਰਨਜੀਤ ਚੰਨੀ ਨੇ 3 ਰੁਪਏ ਬਿਜਲੀ ਸਸਤੀ ਕੀਤੀ, ਸਿੱਧੂ ਔਰ ਚੰਨੀ ਨੇ, ਉਹ ਬਹੁਤ ਵੱਡਾ ਇੱਕ ਤੋਹਫਾ ਸੀ। ਹੁਣ ਵੀ ਬਿੱਲਾਂ 'ਚ 3 ਰੁਪਏ ਜਿਹੜੀ ਬਿਜਲੀ ਹੈ ਉਹਦੀ ਸਬਸਿਡੀ ਆ ਰਹੀ ਹੈ, ਔਰ 7 ਕਿਲੋਵਾਟ ਤੋਂ ਹੇਠਾਂ ਜਿਹਦਾ ਵੀ ਮੀਟਰ ਹੈ ਪੰਜਾਬ 'ਚ ਉਹਨਾਂ ਨੂੰ ਉਹ 3 ਰੁਪਏ ਬਿਜਲੀ ਸਬਸਿਡੀ ਮਿਲ ਰਹੀ ਹੈ। ਮੇਰਾ ਆਪਣਾ ਬਿੱਲ ਘਟ ਕੇ ਆਉਣ ਲੱਗ ਗਿਆ, ਮੇਰਾ ਮੁਫਤ ਤਾਂ ਆਉਣਾ ਨਹੀਂ 300 ਯੂਨਿਟ ਵਾਲਾ, ਪਰ ਚੰਨੀ ਸਾਹਿਬ ਦੀ, ਨਵਜੋਤ ਸਿੰਘ ਸਿੱਧੂ ਵਾਲੀ 3 ਰੁਪਏ ਦੀ ਸਬਸਿਡੀ ਮੈਨੂੰ ਹੁਣ ਵੀ ਮਿਲੀ ਆ, ਪਿਛਲੇ ਮਹੀਨਿਆਂ 'ਚ, ਅੱਗੇ ਵੀ ਮਿਲਣੀ ਆ, ਉਹਦੇ ਲਈ ਉਹਨਾਂ ਦਾ ਧੰਨਵਾਦ। ਹੁਣ ਗੱਲ ਆਮ ਆਦਮੀ ਪਾਰਟੀ ਦੀ ਹੋ ਗਈ ਸੀ। ਇੰਨਾ ਵਿਰੋਧ ਪਹਿਲੀ ਵਾਰੀ ਦੇਖਿਆ। ਕੱਚੇ ਅਧਿਆਪਕਾਂ ਨੇ ਵਿਰੋਧ ਕੀਤਾ। ਕੱਚੇ ਅਧਿਆਪਕਾਂ ਦੀ ਸੂਬਾ ਪੱਧਰੀ ਬੈਠਕ ਹੋਈ ਪਰਸੋਂ, ਉਹਨਾਂ ਨੇ ਕਹਿਤਾ ਸੀ ਕਿ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ, ਅਸਤੀਫੇ ਦੇਣ ਤੱਕ ਦੀ ਗੱਲ ਆ ਗਈ ਸੀ। ਸੋ ਉਹਨਾਂ ਨੇ ਪ੍ਰੋਟੈਸਟ ਕੀਤਾ। ਫਿਰ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਜ਼ਬਰਦਸਤ ਪ੍ਰੋਟੈਸਟ ਹੋਇਆ। ਤੁਸੀਂ ਦੇਖੋ ਹਰਜੋਤ ਜੀ, ਰਾਘਵ ਚੱਡਾ ਜੀ ਟਵੀਟ ਤੇ ਧੰਨਵਾਦ ਕਰੀ ਜਾਂਦੇ ਨੇ ਵੀ ਮੈਂ ਇੰਨੇ ਮਸਲੇ ਚੱਕ ਤੇ ਵਿਧਾਨ ਪਾਰਲੀਮੈਂਟ ਦੇ ਸੈਸ਼ਨ 'ਚ। ਚੰਗੀ ਗੱਲ ਹੈ ਤੁਸੀਂ ਮਸਲੇ ਚੱਕੇ, ਜਿਹੜੇ ਮਸਲੇ ਤੁਸੀਂ ਚੱਕੇ ਉਹ ਤਾਂ ਪਹਿਲਾਂ ਵੀ ਚੱਕੇ ਹੋਏ ਸੀ, ਉਹ ਨਵੇਂ ਨਹੀਂ ਸੀ। ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਜੀ ਨੂੰ ਸਵਾਲ ਇੱਕ ਹੈ ਕਿ ਪਾਰਲੀਮੈਂਟ 'ਚ ਖੜ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੱਕਿਆ, ਸਾਡੀ ਧਾਰਮਿਕ ਆਸਥਾ ਨਾਲ ਜੁੜਿਆ, ਸਾਡੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ, ਔਰ ਸਾਡੀ ਆਪਸੀ ਸਾਂਝ ਨਾਲ ਜੁੜਿਆ ਮਸਲਾ ਹੈ। ਕੀ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਤੇ ਬਹਿਸ ਲਈ ਕੋਈ ਪ੍ਰਾਈਵੇਟ ਬਿੱਲ ਪੇਸ਼ ਕੀਤਾ? ਸੰਤ ਸੀਚੇਵਾਲ ਜੀ ਨੇ ਕੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੱਕਿਆ? ਕੀ ਹਰਭਜਨ ਸਿੰਘ ਜੀ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੱਕਿਆ? ਕੀ ਰਾਘਵ ਚੱਡਾ ਜੀ ਨੇ ਇਹ ਮਸਲਾ ਚੱਕਿਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਤੇ ਦਿੱਲੀ ਦੀ ਸਰਕਾਰ ਫੈਸਲਾ ਕਰੇ? ਇਹੀ ਗੱਲ ਭਗਵੰਤ ਮਾਨ ਜੀ ਤੇ ਹੈ। ਕੀ ਅੱਜ ਭਗਵੰਤ ਮਾਨ ਜੀ ਨੇ ਮੰਗ ਕੀਤੀ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਵਾਅਦਾ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਕਰੋ? ਹੁਣ ਪੰਜਾਬੀ, ਇੱਕ ਵੱਡੀ ਗਿਣਤੀ 'ਚ ਪੰਜਾਬੀ, ਸਾਡੀ ਪੰਜਾਬੀਆਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਪੰਥ ਦੀ ਨੁਮਾਇੰਦਾ ਜਮਾਤ ਹੈ, ਉਹ ਰੋਸ ਪ੍ਰਦਰਸ਼ਨ ਕਰ ਰਹੀ ਹੈ, ਪ੍ਰੋਟੈਸਟ ਕਰ ਰਹੀ ਹੈ, ਤੇ ਸਾਡੇ ਸੂਬੇ ਦੇ ਮੁੱਖ ਮੰਤਰੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਸੋ ਆਜ਼ਾਦੀ ਦੇ ਦਿਹਾੜੇ ਤੇ ਅਗਰ ਇਹਦਾ ਸੰਘਰਸ਼ ਆਮ ਆਦਮੀ ਪਾਰਟੀ ਆਪਣੇ ਹੱਥ 'ਚ ਲੈ ਲੈਂਦੀ ਬੰਦੀ ਸਿੰਘਾਂ ਦੀ ਰਿਹਾਈ ਦਾ, ਤੇ ਅੱਜ ਦਾ ਆਜ਼ਾਦੀ ਦਿਹਾੜਾ ਹੋਰ ਸਾਡਾ ਉਸਾਰੂ ਹੋ ਜਾਣਾ ਸੀ। ਸੋ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀ ਉਹ ਜ਼ਰੂਰ ਨਿਭਾਉਣਗੇ, ਕਿਉਂਕਿ ਹਮੇਸ਼ਾ ਭਾਰਤੀ ਜਨਤਾ ਪਾਰਟੀ ਵਾਲੇ ਇੱਕ ਨਾਰਾ ਮਾਰਦੇ ਹੁੰਦੇ ਨੇ, ਮੋਦੀ ਹੈ ਤਾਂ ਮੁਮਕਿਨ ਹੈ। ਸੋ ਇਸ ਕਰਕੇ ਮੋਦੀ ਸਾਹਿਬ ਨੂੰ ਇਹ ਮੁਮਕਿਨ ਕਰਕੇ ਦਿਖਾਉਣਾ ਪੈਣਾ ਹੈ ਜੇ ਉਹ ਪੰਜਾਬੀਆਂ ਦਾ ਦਿਲ ਜਿੱਤਣਾ ਚਾਹੁੰਦੇ ਨੇ, ਨਹੀਂ ਤਾਂ ਭਾਰਤੀ ਜਨਤਾ ਪਾਰਟੀ ਨੂੰ ਕੋਈ ਬਹੁਤਾ ਸਮਰਥਨ ਨਹੀਂ ਮਿਲਣਾ ਜਦ ਤੱਕ ਉਹ ਅਸਲ ਮੁੱਦਿਆਂ ਨੂੰ ਨਹੀਂ ਸਮਝਦੇ। ਸੋ ਇਸ ਕਰਕੇ ਨਿਯਮ ਕਾਨੂੰਨ ਸਰਕਾਰਾਂ ਬਣਾਉਂਦੀਆਂ, ਪ੍ਰਧਾਨ ਮੰਤਰੀ ਸਾਹਿਬ ਦੇ ਮੂੰਹ ਚੋਂ ਨਿਕਲੀ ਗੱਲ ਪੂਰੀ ਹੋਣੀ ਚਾਹੀਦੀ ਹੈ, ਔਰ ਸਾਡੇ ਮੁੱਖ ਮੰਤਰੀ ਨੂੰ ਰਾਘਵ ਚੱਡਾ ਜੀ ਨੂੰ ਖਾਸ ਤੌਰ ਤੇ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਕਿ ਬੰਦੀ ਸਿੰਘਾਂ ਦਾ ਮਸਲਾ ਜਿਹੜਾ ਉਹਨੂੰ ਵੀ ਚੱਕਿਆ ਜਾਵੇ। ਫਿਰ 36000 ਮੁਲਾਜ਼ਮ ਵੀ ਪੱਕੇ ਕਰ ਦਿਆਂਗੇ ਜੀ, ਬਸ ਸਾਡੀ ਸਰਕਾਰ ਆ ਜੇ, ਹਰਾ ਪੈਨ ਚੱਲ ਜਾਊਗਾ। ਹੁਣ ਪਤਾ ਨਹੀਂ ਛਾਈ ਮੁੱਕ ਗਈ ਹਰੇ ਪੈਨ ਦੀ। 36000 ਮੁਲਾਜ਼ਮ ਪੱਕੇ ਹੋਣ ਤੇ ਨਹੀਂ ਆਉਂਦੇ ਹਰਜੋਤ ਜੀ। ਹਰੇ ਪੈਨ ਦੇ ਨਿਸ਼ਾਨਾ, ਹਰੇ ਪੈਨ ਦੇ ਜਿਹੜੀ ਸਹੀ ਵੱਜਦੀ ਹੈ ਨਾ ਜੀ ਹਰੇ ਪੈਨ ਦੀ, ਉਹਦੇ 'ਚ ਬਹੁਤ ਤਾਕਤ ਹੁੰਦੀ ਹੈ। ਜਦੋਂ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀ, ਪ੍ਰਿੰਸੀਪਲ ਸਾਡਾ ਹਰੇ ਪੈਨ ਨਾਲ ਦਸਤਖਤ ਕਰਦਾ ਸੀ। ਸੋ ਇਸ ਕਰਕੇ ਜਿਹੜਾ ਮੁਖੀ ਹੈ ਉਹ ਹਰਾ ਪੈਨ ਵਰਤਦਾ, ਤੇ ਚੋਣ ਪ੍ਰਚਾਰ 'ਚ ਹਰੇ ਪੈਨ ਦਾ ਜ਼ਿਕਰ ਬਹੁਤ ਹੋਇਆ ਸੀ। ਮੇਰੇ ਕੋਲੇ ਤਾਂ ਸਾਦਾ, ਮੈਂ ਤਾਂ ਨੀਲਾ ਜਿਹਾ ਰੱਖਦਾ, ਪਰ ਉਮੀਦ ਇਹ ਕਰਦੇ ਹਾਂ ਕਿ ਹਰੇ ਪੈਨ ਜਿਵੇਂ ਵਾਅਦੇ ਕੀਤੇ ਗਏ ਸੀ ਚੱਲਣ ਜੀ। ਸੋ 36000 ਸਾਡੇ ਮੁਲਾਜ਼ਮ ਨੇ, ਉਹਨਾਂ 'ਚ ਚਿੰਤਾ ਬੜੀ ਆ, ਉਹਨਾਂ ਨੇ ਵੀ ਪ੍ਰੋਟੈਸਟ ਕੀਤਾ, ਥਾਂ ਥਾਂ ਤੇ ਪ੍ਰੋਟੈਸਟ ਹੋਏ ਸਾਡੇ। ਦੇਖੋ, ਔਰ ਇਹ ਪਹਿਲੀ ਵਾਰੀ ਮੈਨੂੰ ਦੇਖਣ ਨੂੰ ਮਿਲਿਆ ਕਿ ਐਡੀ ਵੱਡੀ ਨਾਰਾਜ਼ਗੀ ਸਾਡੇ ਸਰਕਾਰੀ ਮੁਲਾਜ਼ਮਾਂ 'ਚ ਹੈ। ਸੋ ਫਿਰ ਵੀ ਇਹ ਚੁਣੌਤੀਆਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ। ਬਹੁਤ ਵਾਅਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਕਰ ਸਕਦੀ ਸੀ, ਪਰ ਹਜੇ ਤੱਕ ਹੋਏ ਨਹੀਂ, ਪਰ ਜਿਹੜੇ ਹੋਏ ਨੇ ਉਹਦੇ ਲਈ ਧੰਨਵਾਦ। जेंट्स लेडीज ने चुन्नियां पाड़ रहे हैं, देखो मेरी चुन्नी जेंट्स ने पाड़ी है। जेड़ा मेन स्टाफ सीगा, पुलिस इंस्पैक्टर सी, जेड़े पुलिस वाले सी, उन्होंने मेरा दुपट्टा पाड़िया। ਕਿਹੜੀ ਮੰਗਾਂ ਲੈ ਕੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ? सर ਅਸੀਂ 1152 ਦੀ ਭਰਤੀ ਲਈ ਆਏ ਇੱਥੇ, ਅਸੀਂ ਬੇਰੁਜ਼ਗਾਰ ਹੋਏ ਆ, ਸਾਡਾ ਗੁੱਸਾ
ਆਪਣੀ ਮੰਗਾਂ ਦੱਸਣ ਨਹੀਂ ਦੇ ਰਹੇ ਹੈਗੇ। ਅੱਜ ਸੀਐਮ ਸਾਹਿਬ ਨੂੰ ਮਿਲਣ ਆਏ ਸੀ। ਹਾਂਜੀ ਸਰ। ਅੱਜ ਸੀਐਮ ਸਾਹਿਬ ਨੂੰ ਮਿਲਣ ਆਏ ਸੀ। ਸਰ ਹਾਂਜੀ, ਸਾਨੂੰ ਸਿਰਫ ਝੂਠਾ ਵਾਅਦਾ ਦਿੱਤਾ ਇਹਨਾਂ ਨੇ ਵੀ ਤੁਹਾਨੂੰ ਮਿਲਵਾਵਾਂਗੇ। ਸਾਨੂੰ ਕਦੋਂ ਤੋਂ ਇੱਥੇ ਸਵੇਰ ਦੇ 7 ਵਜੇ ਦੇ ਆਇਆ, ਇੱਥੇ ਹੀ ਖੜੇ ਹੋਏ ਆ ਅਸੀਂ, ਤੇ ਸਾਨੂੰ ਕਿਸੇ ਨਾਲ ਨਹੀਂ ਮਿਲਵਾ ਰਹੇ। ਸਾਡੇ ਅੱਧੇ ਬੰਦੇ ਇਹਨਾਂ ਨੇ ਪੁਲਿਸ ਸਟੇਸ਼ਨ 'ਚ ਪਹਿਲਾਂ ਹੀ ਲੈ ਚੁੱਕੇ ਨੇ, ਬਾਕੀਆਂ ਨੂੰ ਵੀ ਲੈ ਕੇ ਜਾ ਰਹੇ ਨੇ। ਤੁਹਾਡੇ ਕੱਪੜੇ ਫੀਮੇਲ ਫਾੜੇ ਸਟਾਫ ਨੇ, ਸਿਰਫ ਫੀਮੇਲ ਸਟਾਫ ਨਹੀਂ ਰੋਕ ਰਿਹਾ ਸੀ, ਫੀਮੇਲਸ ਨੂੰ ਤੇ ਜੈਂਟਸ ਨੇ ਰੋਕਿਆ। ਕੱਪੜੇ ਫਾੜੇ। ਮੇਰਾ ਇਵਨ ਦੁਪੱਟਾ ਪਾ ਰਿਹਾ ਜੈਂਟਸ ਨੇ। ਸਰ ਕੁਝ 8 ਤਰੀਕ ਜਿਹੜੀ ਜੋ ਵੀ ਫੈਸਲਾ ਹੋਇਆ ਕੋਰਟ ਦਾ ਕਿ ਸਾਡੀ ਪੂਰੀ ਦੀ ਪੂਰੀ ਭਰਤੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਗਿਆ ਹੈ। ਸਰ ਅਸੀਂ ਸਿਰਫ ਚਾਹੁੰਦੇ ਹਾਂ ਕਿ ਸਾਨੂੰ ਸਾਡਾ ਕਸੂਰ ਦੱਸਿਆ ਜਾਵੇ ਕਿ ਅਸੀਂ ਮਿਹਨਤ ਕਰਦੇ ਆਏ ਹਾਂ, ਅਸੀਂ ਖੁਦ ਦਿਨ ਰਾਤ ਇੱਕ ਕਰਕੇ ਪੜ੍ਹੇ ਹਾਂ ਤੇ ਅਸੀਂ ਐਗਜ਼ਾਮ ਕਲੀਅਰ ਕੀਤਾ। ਸਾਨੂੰ ਨਹੀਂ ਪਤਾ ਕੀ ਪ੍ਰੋਸੈਸ ਸੀਗਾ ਕੀ ਨਹੀਂ। ਸਾਡੇ ਅੱਗੇ ਤਾਂ ਇੱਕ ਓਪਰਚੁਨਿਟੀ ਆਈ ਸੀ ਜਿਸ ਨੂੰ ਅਸੀਂ ਹਰ ਹਾਲ 'ਚ ਅਸੀਂ ਕਰਨਾ ਚਾਹੁੰਦੇ ਸੀ ਕਿ ਸਾਡਾ ਕੋਲ ਇੱਕੋ ਇੱਕ ਮੌਕਾ ਮਿਲਿਆ 25 ਸਾਲ ਬਾਅਦ, ਤੇ ਅਸੀਂ ਸਾਰਿਆਂ ਨੇ ਇਹ ਪੇਪਰ ਕਲੀਅਰ ਕੀਤਾ। ਕਿੰਨੇ ਲੱਖਾਂ ਕੈਂਡੀਡੇਟਸ ਨੂੰ ਮਤਲਬ ਪਿੱਛੇ ਛੱਡ ਕੇ ਆਏ ਆ। ਅੱਜ ਆਜ਼ਾਦੀ ਦਿਹਾੜੇ ਤੇ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ, ਸੀਐਮ ਸਾਹਿਬ ਲੁਧਿਆਣਾ ਦੇ ਵਿੱਚ ਨੇ, ਕਿ ਉਹਨਾਂ ਦਾ ਘਰਾਵ ਕਰਨਾ ਸੀ ਅੱਜ? ਘੇਰਾਵ ਕਰਨ ਦਾ ਸਾਡਾ ਕੋਈ ਮੋਟਿਵ ਨਹੀਂ ਸੀ। ਅਸੀਂ ਸਿਰਫ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ ਉਹਨਾਂ ਦੇ ਅੱਗੇ ਕਿ ਸਾਨੂੰ ਵੀ ਸੁਣੋ ਕਿ ਅਸੀਂ ਕਿੰਨਾ ਹਾਲਾਤਾਂ ਚੋਂ ਨਿਕਲੇ ਆ। ਸਰ 37 ਸਾਲ ਦੀ ਮੇਰੀ ਉਮਰ ਹੋ ਗਈ ਹੈ ਤੇ ਜਦੋਂ ਇਹ ਐਗਜ਼ਾਮ ਆਇਆ ਉਦੋਂ ਆਈ ਵਾਸ ਪ੍ਰੈਗਨੈਂਟ। ਮੈਂ ਬੈੱਡ ਰੈਸਟ ਤੇ ਸੀ, ਪਰ ਦਿਨ ਰਾਤ ਇੱਕ ਕਿਤੇ ਕਿ ਇੱਕੋ ਇੱਕ ਮੌਕਾ ਮਿਲੇ ਇਸ ਨੂੰ ਨਹੀਂ ਗਵਾਉਣਾ। ਔਰ ਉਸ ਹਾਲਾਤ 'ਚ ਵੀ ਮੈਂ ਮਿਹਨਤ ਕਰਕੇ ਮਤਲਬ ਟੌਪ ਕੀਤਾ ਆਪਣੇ ਸਬਜੈਕਟ 'ਚ। ਔਰ ਇਹ ਸਾਰੇ ਬੱਚੇ ਕਿੰਨੇ ਮਤਲਬ ਮਿਹਨਤਾਂ ਕਰਕੇ ਆਏ ਆ ਤਾਂ ਅੱਗੇ ਲੰਘੇ ਨੇ। ਔਰ ਪਤਾ ਨਹੀਂ ਸੀਐਮ ਸਰ ਨੂੰ ਸਾਡੀ ਮਿਹਨਤ ਕਿਉਂ ਨਹੀਂ ਦਿਖਦੀ, ਉਹ ਕਿਉਂ ਨਹੀਂ ਸਾਨੂੰ ਡਿਫੈਂਸ ਨਹੀਂ ਅੱਛਾ ਮਿਲਿਆ। ਸਾਨੂੰ ਇਸ ਚੀਜ਼ ਦਾ ਦੁੱਖ ਹੈ ਕਿ ਸਾਡਾ ਪੱਖ ਨਹੀਂ ਅੱਗੇ ਰੱਖਿਆ ਗਿਆ ਜੱਜਿਸ ਦੇ ਅੱਗੇ। ਅਗਰ ਹੁਣ ਨਹੀਂ ਮੰਗਾਂ ਮੰਨੀਆਂ ਜਾਂਦੀਆਂ, ਅਗਲੀ ਕੀ ਰਣਨੀਤੀ ਰਹੇਗੀ? ਕੀ ਸਰ ਅਸੀਂ ਤਾਂ ਜੋ ਕਰ ਸਕਦੇ ਹਾਂ ਤੁਹਾਡੇ ਸਾਹਮਣੇ ਹੀ ਹੈ। ਅਸੀਂ ਤਾਂ ਸਿਰਫ ਮੰਗ ਕਰ ਸਕਦੇ ਹਾਂ, ਅੱਗੇ ਦੇਣ ਵਾਲੇ ਜਿਨ੍ਹਾਂ ਦੇ ਕੋਲ ਪਾਵਰਸ ਹੈ ਉਹ ਦੇ ਸਕਦੇ ਆ। ਸਾਡਾ ਹੱਕ, ਇਹ ਸਾਡਾ ਹੱਕ ਹੈ। ਅਸੀਂ ਮਿਹਨਤ ਕਰਦੇ ਆਏ ਹਾਂ, ਅਸੀਂ ਕੋਈ ਬੈਕ ਡੋਰ ਤੋਂ ਨਹੀਂ ਐਂਟਰੀ ਕਰ ਰਹੇ, ਅਸੀਂ ਕੋਈ ਅਪਰੋਚ ਨਹੀਂ ਲਗਾ ਰਹੇ। ਅਸੀਂ ਸਾਫ਼ ਸੁਥਰੀ ਮਿਹਨਤ ਕਰਕੇ ਆਏ ਹਾਂ ਅੱਗੇ ਭਗਵੰਤ ਮਾਨ ਜੀ ਨੂੰ ਜੋ ਮਨਜ਼ੂਰ। ਅੱਜ ਦਾ ਜਿਹੜਾ ਕੇਸਰੀ ਖਾਲਸਾਈ ਮਾਰਚ, ਖਾਲਸਾਈ ਝੰਡਿਆਂ ਦੀ ਛਾਂ ਹੇਠ ਅਸੀਂ ਜਿਹੜਾ ਮਾਰਚ ਗੋਲਡਨ ਗੇਟ ਤੋਂ ਸ਼ੁਰੂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਲੈ ਕੇ ਜਾ ਰਹੇ ਹਾਂ। ਉਹ ਸਾਡੀ ਕੌਮ ਦੀ ਸੁਪਰੀਮ, ਸਾਡੀ ਹੋਂਦ ਹਸਤੀ ਦੇ ਪ੍ਰਤੀਕ ਤੇ ਸਾਡੀ ਆਜ਼ਾਦ ਬਾਦਸ਼ਾਹੀ ਦਾ ਪ੍ਰਤੀਕ ਹੈ ਸ੍ਰੀ ਅਕਾਲ ਤਖਤ ਸਾਹਿਬ। ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੇ ਥੱਲੇ ਅਸੀਂ ਸਜਦਾ ਕਰਾਂਗੇ। ਪਰ ਆ ਜਿਹੜਾ ਸਾਡਾ ਕਿ ਖਾਲਸਾਈ ਨਿਸ਼ਾਨਾਂ ਦਾ ਮਾਰਚ ਹੈ, ਇਸ ਦਾ ਮਕਸਦ ਸਾਡਾ ਇਹ ਹੈ ਕਿ ਭਾਰਤ ਮੁਲਕ ਨੂੰ ਆਜ਼ਾਦ ਹੋਇਆਂ ਅੱਜ 75 ਵਰ੍ਹੇ ਹੋ ਚੁੱਕੇ ਨੇ। 75 ਵਰ੍ਹਿਆਂ ਦੇ ਵਿੱਚ ਸਿੱਖਾਂ ਨੂੰ ਫਾਂਸੀਆਂ, ਡਾਂਗਾਂ, ਤਸੀਹੇ, ਤਸ਼ੱਦਦ, ਗੋਲੀਆਂ, ਝੂਠੇ ਪੁਲਿਸ ਮੁਕਾਬਲੇ ਤੇ ਲੰਬੀਆਂ ਜੇਲ੍ਹਾਂ, ਇਹ ਸਾਨੂੰ ਸਾਡੀ ਝੋਲੀ ਪਾਇਆ। 93% ਇਸ ਭਾਰਤ ਨੂੰ ਆਜ਼ਾਦ ਕਰਾਉਣ ਲਈ ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ। ਜੀ ਬਿਲਕੁਲ ਡੱਲਾ ਜੀ, ਜਿੱਥੇ ਤੁਸੀਂ ਗੱਲ ਕੀਤੀ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ, ਸੋ ਉਸ ਤੋਂ ਇਲਾਵਾ ਵੀ ਹੋਰ ਵੀ ਕਈ ਪੰਥਕ ਮਸਲੇ ਨੇ ਜਿਨ੍ਹਾਂ ਨੂੰ ਹੱਲ ਕਰਾਉਣ ਦੇ ਲਈ, ਜਿਨ੍ਹਾਂ ਨੂੰ ਸੁਲਝਾਉਣ ਦੇ ਲਈ ਹੁਣ ਜੋ ਹੈ ਸਿੱਖ ਸਦਭਾਵਨਾ ਦਲ ਵੱਲੋਂ ਵੀ ਪ੍ਰੋਗਰਾਮ ਐਲਾਨਿਆ ਗਿਆ ਹੈ ਕਿ 20 ਅਗਸਤ ਨੂੰ ਸੀਐਮ ਦੀ ਰਿਹਾਇਸ਼ ਦੇ ਬਾਅਦ ਜੋ ਹੈ ਉਹ ਕੀਰਤਨ ਕਰਕੇ, ਇੱਕ ਅਨੋਖੇ ਢੰਗ ਨਾਲ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਕੀਰਤਨ ਕਰਕੇ ਜੋ ਹੈ ਪੰਥਕ ਹੋਕਾ ਦੇਣਗੇ, ਤਾਂ ਕਿ ਜਿਹੜੇ ਹੋਰ ਵੀ ਕਈ ਪੰਥਕ ਮੁੱਦੇ ਨੇ ਜਿਨ੍ਹਾਂ ਉੱਪਰ ਵਿਚਾਰਿਆ ਨਹੀਂ ਜਾ ਰਿਹਾ। ਸੋ ਮੈਂ ਜ਼ਰੂਰ ਤੁਹਾਡੇ ਤੋਂ ਇਸ ਬਾਰੇ ਪੂਰੀ ਜਾਣਕਾਰੀ ਚਾਹਾਂਗੀ, ਦਰਸ਼ਕਾਂ ਤੱਕ ਅਸੀਂ ਪਹੁੰਚਾ ਸਕੀਏ ਕਿਹੜੇ ਮਸਲਿਆਂ ਨੂੰ ਲੈ ਕੇ ਸਿੱਖ ਸਦਭਾਵਨਾ ਦਲ ਵੱਲੋਂ ਇਹ ਪ੍ਰੋਗਰਾਮ ਐਲਾਨਿਆ ਗਿਆ ਹੈ। ਦੇਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਨੂੰ ਲੈ ਕੇ ਜਿਹੜੇ ਨਹੀਂ ਮਿਲ ਸਕੇ, ਜਿਨ੍ਹਾਂ ਬਾਰੇ ਨਹੀਂ ਪਤਾ ਲੱਗ ਰਿਹਾ, ਲਾਪਤਾ 328 ਸਰੂਪਾਂ ਨੂੰ ਲੈ ਕੇ ਪਿਛਲੇ ਤਕਰੀਬਨ 22 ਮਹੀਨਿਆਂ ਤੋਂ ਵਿਰਾਸਤੀ ਮਾਰਗ ਅੰਮ੍ਰਿਤਸਰ, ਉਥੇ ਲਗਾਤਾਰ ਪੰਥਕ ਹੋਕਾ ਦਿੱਤਾ ਜਾ ਰਿਹਾ ਸਿੱਖ ਸਦਭਾਵਨਾ ਦਲ ਵੱਲੋਂ। ਔਰ ਸਾਨੂੰ ਪਤਾ ਹੈ ਕਿ ਭਾਈ ਵਡਾਲਾ ਸਿੱਖ ਸਦਭਾਵਨਾ ਦਲ ਵਾਲੇ, ਉਹ ਹੋ ਗਏ, ਹੋਰ ਜਿਹੜੇ ਪੰਥ ਦੇ ਹਿਤੈਸ਼ੀ ਨੇ, ਪੰਥਕ ਮੁੱਦਿਆਂ ਤੇ ਲੜਾਈ ਲੜਨ ਵਾਲੇ ਯੋਧੇ ਨੇ, ਗੁਰਸਿੱਖ ਨੇ, ਉਹ ਸਾਰੇ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਰਹੇ, ਉਹਨਾਂ ਦੀ ਰਿਹਾਇਸ਼ ਦੇ ਬਾਹਰ ਉਹਨਾਂ ਨੇ ਕੀਰਤਨ ਕਰਕੇ ਪੰਥਕ ਹੋਕਾ ਦਿੱਤਾ ਸੀ। ਸੋ ਪੰਥਕ ਹੋਕਾ ਬੁਲੰਦ ਕੀਤਾ ਵੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। 328 ਲਾਪਤਾ ਸਰੂਪ ਨੇ,
ਉਹਨਾਂ ਤੇ ਕਾਰਵਾਈ ਅੱਗੇ ਹੋਵੇ, ਉਹਨਾਂ ਬਾਰੇ ਪਤਾ ਲੱਗੇ। ਤੇ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ 20 ਅਗਸਤ ਦਾ ਦਿਨ ਹੈ। ਸੋ 20 ਅਗਸਤ ਨੂੰ ਪੰਥਕ ਹੋਕਾ ਦਿੱਤਾ ਜਾਊਗਾ ਸੰਗਰੂਰ ਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਸਿੱਖ ਸਦਭਾਵਨਾ ਦਲ ਵੱਲੋਂ। ਪਰ ਹਰਜੋਤ ਜੀ, ਸਿੱਖ ਸਦਭਾਵਨਾ ਦਲ ਦੇ ਜਿਹੜੇ ਆਗੂ ਨੇ ਉਹ ਕਹਿੰਦੇ ਵੀ ਜਦੋਂ ਤੱਕ ਸਰਕਾਰ ਨਹੀਂ ਸੀ ਬਣੀ, ਭਗਵੰਤ ਮਾਨ ਸਾਹਿਬ ਨੂੰ ਸਾਰੇ ਸਿੱਖੀ ਦੇ ਮੁੱਦੇ ਯਾਦ ਸੀ। ਉਹ ਥਾਂ ਥਾਂ ਤੇ ਇਨਸਾਫ ਦੀ ਗੱਲ ਕਰਦੇ ਸੀ। ਕਹਿੰਦੇ ਜਦੋਂ ਦੀ ਸਰਕਾਰ ਬਣ ਗਈ, ਦੂਸਰੇ ਮੁੱਖ ਮੰਤਰੀਆਂ ਦੀ ਤਰ੍ਹਾਂ ਭਗਵੰਤ ਮਾਨ ਸਾਹਿਬ ਹੁਣ ਇਹਦੇ ਤੇ ਗੱਲ ਨਹੀਂ ਕਰਦੇ। ਕੋਈ ਗੱਲ ਤਾਂ ਠੀਕ ਹੈ, ਆਜ਼ਾਦੀ ਦਿਹਾੜੇ ਤੇ ਵੀ ਉਹਨਾਂ ਨੇ ਕੋਈ ਸੰਬੋਧਨ ਨਹੀਂ ਕੀਤਾ। ਖਾਸ ਤੌਰ ਤੇ ਜਿਹੜੇ ਸਰੂਪ ਨੇ ਉਹਨਾਂ ਦੇ ਲਾਪਤਾ ਹੋਣ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ, ਗੰਭੀਰਤਾ ਨਹੀਂ ਸਰਕਾਰ ਦੀ ਨਜ਼ਰ ਆਈ। ਸੋ ਹੁਣ ਇਹ ਸਿੱਖ ਸਦਭਾਵਨਾ ਦਲ ਵੱਲੋਂ ਅਗਲਾ ਪ੍ਰੋਗਰਾਮ ਹਰਜੋਤ ਜੀ ਦਿੱਤਾ ਗਿਆ। ਜੀ ਬਿਲਕੁਲ। ਤੇ ਗੱਲ ਕਰੀਏ ਅਗਰ ਡੱਲਾ ਜੀ, ਮੁਹੱਲਾ ਕਲੀਨਿਕਾਂ ਦਾ ਇੰਤਜ਼ਾਰ ਬਹੁਤ ਟਾਈਮ ਤੋਂ ਹੋ ਰਿਹਾ ਸੀ। ਬਹੁਤ ਟਾਈਮ ਤੋਂ ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਪ੍ਰਚਾਰਿਆ ਵੀ ਜਾ ਰਿਹਾ ਸੀ, ਇਸ਼ਤਿਹਾਰ ਵੀ ਦਿੱਤੇ ਜਾ ਰਹੇ ਸੀ। ਸੋ ਆਜ਼ਾਦੀ ਦਿਹਾੜੇ ਤੇ 75 ਜੋ ਹੈ ਮੁਹੱਲਾ ਕਲੀਨਿਕ ਲੋਕਾਂ ਨੂੰ ਸੌਗਾਤ ਦੇ ਰੂਪ ਤੇ ਸੌਂਪਣ ਦੀ ਗੱਲ ਕੀਤੀ ਜਾ ਰਹੀ ਸੀ। ਸੋ ਕੁੱਲ ਮਿਲਾ ਕੇ ਕਿਸ ਤਰੀਕੇ ਨਾਲ ਅੱਜ ਦੀਆਂ ਤਸਵੀਰਾਂ ਵੇਖਦੇ ਹੋ ਕਿ ਬਹੁਤ ਚਿਰ ਤੋਂ ਪ੍ਰਚਾਰਿਆ ਜਾਣਾ, ਇਸ਼ਤਿਹਾਰ ਦਿੱਤੇ ਜਾਣੇ ਤੇ ਕਿਹਾ ਜਾਂਦਾ ਸੀ ਕਿ 90% ਲੋਕਾਂ ਦਾ ਇਲਾਜ ਹੁਣ ਮੁਹੱਲਾ ਕਲੀਨਿਕ ਵਿੱਚ ਹੀ ਹੋ ਸਕੇਗਾ। ਕੀ ਲੱਗਦਾ ਹੈ ਕਿਸ ਤਰ੍ਹਾਂ ਦਾ ਮਾਹੌਲ ਹੁਣ ਮਿਲੇਗਾ ਲੋਕਾਂ ਨੂੰ ਜਦ ਇਹ ਸੌਂਪੇ ਗਏ ਨੇ ਹੁਣ ਮੁਹੱਲਾ ਕਲੀਨਿਕ 75 ਤਿਆਰ ਹੋ ਗਏ ਜਿਹੜੇ? ਦੇਖੋ, ਮੈਂ ਅੱਜ ਨਰਿੰਦਰ ਮੋਦੀ ਦੀ ਗੱਲ ਵੀ ਕਰੂੰਗਾ। ਭਾਰਤ ਸਰਕਾਰ ਦੀ ਯੋਜਨਾ ਦੇ ਤਹਿਤ ਦਵਾਈਆਂ ਦੀਆਂ ਦੁਕਾਨਾਂ ਖੋਲੀਆਂ ਗਈਆਂ ਸੀ। ਹੁਣ ਵੀ ਹਰਜੋਤ ਜੀ, ਮੈਂ ਕਈ ਵਾਰੀ ਉੱਥੋਂ ਦਵਾਈ ਲੈ ਕੇ ਆਉਣਾ। ਪੰਜਾਬ 'ਚ ਬਹੁਤ ਵੱਡੀ ਗਿਣਤੀ 'ਚ ਸਰਕਾਰੀ ਦੁਕਾਨਾਂ ਨੇ ਜਿੱਥੇ ਦਵਾਈਆਂ ਬਹੁਤ ਸਸਤੀਆਂ ਮਿਲਦੀਆਂ ਨੇ ਬਾਜ਼ਾਰ ਨਾਲੋਂ। ਜੈਨਰਿਕ ਮੈਡੀਸਿਨਸ ਉੱਥੇ ਮਿਲਦੀਆਂ ਸਾਰੀਆਂ। ਹਾਂਜੀ। ਔਰ ਉਹ ਉਪਰਾਲਾ ਬੜਾ ਕਾਮਯਾਬ ਰਿਹਾ। ਉਸ ਤੋਂ ਬਾਅਦ ਮੁਹੱਲਾ ਕਲੀਨਿਕਾਂ ਦੀ ਗੱਲ ਸ਼ੁਰੂ ਹੋ ਗਈ। ਸੋ ਮੁਹੱਲਾ ਕਲੀਨਿਕ ਦੁਨੀਆ 'ਚ ਕੋਈ ਪਹਿਲਾ ਤਜਰਬਾ ਨਹੀਂ ਸੀ। ਇਸ ਤੋਂ ਪਹਿਲਾਂ ਵੀ ਮੁਹੱਲਿਆਂ ਦੇ ਵਿੱਚ ਦਵਾਈਆਂ ਦੀਆਂ ਦੁਕਾਨਾਂ ਖੋਲੀਆਂ ਜਾ ਚੁੱਕੀਆਂ ਸੀ। ਮੁਹੱਲਾ ਕਲੀਨਿਕ ਵੀ ਆ ਗਏ। ਹੁਣ ਮੁਹੱਲਾ ਕਲੀਨਿਕਾਂ ਦੇ ਨਾਲ ਇੱਕ ਦਾਅਵਾ ਕੀਤਾ, ਉਦਘਾਟਨ ਵੀ ਹੋ ਗਿਆ। 75 ਮੁਹੱਲਾ ਕਲੀਨਿਕ ਸਮਰਪਿਤ ਕਰਤੇ ਪੰਜਾਬੀਆਂ ਨੂੰ। ਅੱਜ ਮੁਹੱਲਾ ਕਲੀਨਿਕ ਪੰਜਾਬੀਆਂ ਨੂੰ ਮਿਲਣੇ ਸ਼ੁਰੂ ਹੋ ਗਏ ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਵਾਅਦਾ ਪੂਰਾ ਕਰਤਾ। ਹੁਣ ਤੁਸੀਂ ਦੱਸੋ, ਆਮ ਤੌਰ ਤੇ ਭਲਵਾਨ ਸ਼ਰਤ ਲਾਉਂਦੇ ਹੁੰਦੇ ਸੀ ਜੀ ਵੀ ਕਿਹੜਾ ਭਲਵਾਨ ਕਿੰਨੇ ਡੰਡ ਲਾਊਗਾ। ਸ਼ਰਤ ਸ਼ੁਰੂ ਹੁੰਦੀ ਸੀ 10 ਡੰਡਾਂ ਤੋਂ, ਕਿ ਕੋਈ 10 ਲਾਊਗਾ, ਕੋਈ 20 ਦੀ ਸ਼ਰਤ, ਕੋਈ 50 ਦੀ ਸ਼ਰਤ, 100 ਦੀ ਸ਼ਰਤ, 200 ਦੀ ਸ਼ਰਤ। ਤੇ ਕੋਈ ਵੀ ਭਲਵਾਨ ਇਹ ਨਹੀਂ ਸੀ ਕਹਿੰਦਾ 2 ਡੰਡ ਲਾ ਕੇ ਵੀ ਲਓ ਜੀ 2 ਨੂੰ 200 ਲਾਤੇ। ਉਹਨੂੰ 200 ਲਾਉਣੇ ਪੈਂਦੇ ਸੀ। ਸੋ ਵਾਅਦਾ ਉਦੋਂ ਪੂਰਾ ਹੁੰਦਾ ਜਦੋਂ ਤੁਸੀਂ ਜੋ ਕਿਹਾ ਉਹ ਕਰਦੇ ਹੋ। ਹੁਣ ਗੱਲ ਤਾਂ ਸੀਗੀ ਪੰਜਾਬ ਦੇ ਸਾਰੇ ਪਿੰਡਾਂ 'ਚ ਮੁਹੱਲਾ ਕਲੀਨਿਕਾਂ ਦੀ, ਕਿਉਂਕਿ ਹਜ਼ਾਰਾਂ ਮੁਹੱਲਾ ਕਲੀਨਿਕ ਤਾਂ ਹੀ ਖੁੱਲ੍ਹਣੇ ਸੀ। 12,000 ਤੋਂ ਵੱਧ ਸਾਡੇ ਪਿੰਡ ਨੇ। ਚੰਡੀਗੜ੍ਹ 'ਚ ਜਿੰਨੇ ਸੈਕਟਰ ਨੇ ਉਹਨੇ ਮੁਹੱਲਾ ਕਲੀਨਿਕ ਖੋਲ ਕੇ ਤਾਂ ਕਿਹਾ ਜਾ ਸਕਦਾ ਵੀ ਚੰਡੀਗੜ੍ਹ ਸਾਰੇ 'ਚ ਮੁਹੱਲਾ ਕਲੀਨਿਕ ਬਣਾਤੇ। ਹੁਣ ਪੰਜਾਬ 'ਚ ਤਾਂ ਹਜ਼ਾਰਾਂ ਮੁਹੱਲੇ ਨੇ, ਫਿਰ ਮੁਹੱਲਾ ਕਲੀਨਿਕ ਨਹੀਂ ਹੋ ਗਏ। ਹੁਣ ਪਹਿਲੀ ਗੱਲ, ਇਹ ਮੁਹੱਲਾ ਕਲੀਨਿਕ ਨਹੀਂ ਹੈ। ਮੈਂ ਇਹਨਾਂ ਨੂੰ ਇਹ ਕਹੂੰਗਾ ਵੀ 117 75 ਨੇ ਹਜੇ ਤਾਂ ਇਹ ਅੱਧੇ ਹਲਕਿਆਂ ਦੇ ਕਲੀਨਿਕ ਨੇ। ਹਲਕਾ ਕਲੀਨਿਕ ਕਹਿ ਲਓ ਇਹਨੂੰ, ਮੁਹੱਲਾ ਕਲੀਨਿਕ ਨਾ ਕਹੋ ਜੀ। ਸੋ ਜਦੋਂ ਪੂਰੇ ਮੁਹੱਲਿਆਂ 'ਚ ਖੁੱਲ ਜਾਣ ਫਿਰ ਮੁਹੱਲਾ ਕਲੀਨਿਕ ਕਹੇ ਜਾ ਸਕਦੇ ਨੇ। ਸੋ ਮੈਨੂੰ ਇਹਨਾਂ ਦੇ ਨਾਂ ਦੇ ਉੱਤੇ ਸਵਾਲ ਖੜਾ ਹੁੰਦਾ ਹੈ, ਜਿਹੜਾ ਮੈਨੂੰ ਲੱਗਦਾ ਵੀ ਮੈਂ ਮੰਨ ਨਹੀਂ ਸਕਦਾ ਵੀ ਇਹ ਮੁਹੱਲਾ ਕਲੀਨਿਕ ਹੈ, ਕਿਉਂਕਿ ਇਹ ਹਲਕੇ ਦਾ। ਸੋ ਇਸ ਕਰਕੇ, ਔਰ ਉਦਘਾਟਨ ਵੀ ਥੋੜ੍ਹਿਆਂ ਜ਼ਿਆਦਾ ਹੋਇਆ। ਫਿਰ ਇਹ ਸਾਡੀ ਪੁਰਾਣੀ ਇਮਾਰਤ ਸੀ ਕਿ ਮੈਂ ਕਹਦਾ ਵੀ ਪੁਰਾਣੀ ਕਾਰ ਖਰੀਦ ਕੇ ਉਹਦੇ ਤੇ ਰੰਗ ਰੋਗਨ ਨਵਾਂ ਕਰਕੇ, ਟਾਇਰ ਟੂਰ ਨਵੇਂ ਕਰਕੇ, ਉਹਨੂੰ ਨਵੇਂ ਸਿਰੇ ਤੋਂ ਫਾਈਨਾਂਸ ਕਰਕੇ ਦੇਤਾ ਕਸਟਮਰ ਨੂੰ ਜੀ ਵੀ ਚਲੋ ਜੀ ਤੁਸੀਂ ਨਵੀਂ ਗੱਡੀ ਸਮਝ ਕੇ ਆਨੰਦ ਮਾਣੋ। ਕਿਉਂਕਿ ਪੈਸਾ ਸਾਡਾ ਪਹਿਲਾਂ ਹੀ ਲੱਗਿਆ ਹੋਇਆ ਸੀਗਾ ਸੇਵਾ ਕੇਂਦਰਾਂ ਤੇ, ਉਹ ਸੁਖਬੀਰ ਨੇ ਨਹੀਂ ਸੀ ਲਾਇਆ। ਸੁਖਬੀਰ ਵਾਲੇ ਟਰੱਕ ਤਾਂ ਜੇਤਲੀ ਸਾਹਿਬ ਦੇ ਆਏ ਹੀ ਨਹੀਂ। ਹੋ ਸਕਦਾ ਕੋਈ 3 ਵੀਲਰ ਮੂੰਹ ਨੇੜੇ ਆਇਆ ਹੋਵੇ, ਭਾਈ ਉਹਦਾ ਪਤਾ ਨਹੀਂ। ਸੋ ਇਹ ਸੇਵਾ ਕੇਂਦਰ ਸਾਡੇ ਪੰਜਾਬੀਆਂ ਦੇ ਪੈਸੇ ਨਾਲ ਹੀ ਬਣੇ ਹੋਏ ਸੀ। ਸੁਖਬੀਰ ਨੇ ਸੇਵਾ ਕੇਂਦਰ ਲਿਖਤਾ ਸੀ, ਇਹਨਾਂ ਨੇ ਆਮ ਆਦਮੀ ਕਲੀਨਿਕ ਲਿਖਤਾ। ਸੋ ਆਮ ਆਦਮੀ, ਕਿਉਂਕਿ ਆਮ ਆਦਮੀ ਪਾਰਟੀ ਦੇ ਰਾਜ 'ਚ ਬਣੇ ਨੇ, ਇਸ ਕਰਕੇ ਆਮ ਆਦਮੀ ਪਾਰਟੀ ਹੈ। ਜਿਵੇਂ ਮੋਦੀ ਸਾਹਿਬ ਦੀ ਸਰਕਾਰ ਆਉਣ ਤੋਂ ਬਾਅਦ ਕਈ ਸ਼ਹਿਰਾਂ ਦੇ ਨਾਮ ਬਦਲ ਗਏ। ਜੇ ਕੱਲ ਨੂੰ ਸਰਕਾਰ ਸੁਖਬੀਰ ਬਾਦਲ ਦੀ ਆ ਗਈ
ਆਮ ਆਦਮੀ ਕਲੀਨਿਕ ਦੀ ਜਗ੍ਹਾ ਫਿਰ ਲਿਖਿਆ ਜਾਣਾ ਹੈ ਰਾਜ ਨਹੀਂ ਸੇਵਾ ਕਲੀਨਿਕ, ਜਾਂ ਕੁਛ ਇਹੋ ਜਿਹਾ ਹੋ ਜਾਊਗਾ ਜੇ ਇੰਜ ਨਹੀਂ ਹੋਊਗਾ। ਸੋ ਪੋਲੀਟੀਕਲ ਪਾਰਟੀਆਂ ਆਪਣੇ ਹਿਸਾਬ ਦੇ ਨਾਲ ਸਰਕਾਰੀ ਸਰੋਤਾਂ ਨੂੰ ਵਰਤ ਕੇ ਲੋਕਾਂ ਨੂੰ ਕੁਝ ਵੀ ਸਰਕਾਰੀ ਖਜ਼ਾਨੇ ਚੋਂ ਦੰਦੀਆਂ ਨੇ ਤੇ ਮਸ਼ਹੂਰੀ ਆਪਣੀ ਖੱਟਦੀਆਂ ਨੇ। ਸੋ ਇੱਕ ਤਰੀਕੇ ਨਾਲ ਇਹ ਮਸ਼ਹੂਰੀ ਖੱਟੀ ਜਾ ਰਹੀ ਹੈ। ਹੁਣ ਮੈਂ ਕੱਲ ਬਿਆਨ ਸੁਣ ਰਿਹਾ ਸੀ, ਕਹਿੰਦੇ 90% ਲੋਕਾਂ ਦਾ ਇਲਾਜ ਮੁਹੱਲਾ ਕਲੀਨਿਕਾਂ 'ਚ ਹੋ ਜੂ। ਹਜੇ ਤਾਂ ਖੁੱਲੇ ਹੀ ਥੋੜੇ ਜਿਹੇ ਨੇ। ਜੇ ਇਹਦੇ 'ਚ ਪੰਜਾਬ ਦੀ 90% ਆਬਾਦੀ ਵੜ ਗਈ ਤੇ ਕੀ ਬਣੂਗਾ? ਸੋ ਇਸ ਕਰਕੇ ਦੇਖੋ, ਕਹਿਣ ਦੀਆਂ ਗੱਲਾਂ ਹੋਰ ਨੇ। ਇੱਕ ਸੀਰੀਅਲ ਵੀ ਆਉਂਦਾ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ, ਮੈਂ ਬਹੁਤ ਦੇਖਦਾ ਸੀ ਜਦੋਂ ਮੈਂ ਸਕੂਲ 'ਚ ਪੜ੍ਹਦਾ ਹੁੰਦਾ ਸੀ। ਚਲੋ ਮੈਂ ਜ਼ਿਕਰ ਨਹੀਂ ਕਰਨਾ, ਬਹੁਤ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੋਣਾ। ਸੋ ਬਾਕੀ ਠੀਕ ਹੈ ਜੀ, ਪੋਲੀਟੀਕਲ ਲੋਕ ਨੇ। ਉਮੀਦ ਕਰਾਂਗੇ ਕਿ ਸਾਰੇ ਪੰਜਾਬ 'ਚ ਮੁਹੱਲਾ ਕਲੀਨਿਕ ਖੁੱਲਣ ਤੇ ਵਾਅਦਾ ਪੂਰਾ ਹੋ ਜੇ। ਹਜੇ ਇਹ ਵਾਅਦਾ ਪੂਰਾ ਹੋਣਾ ਸ਼ੁਰੂ ਹੋਇਆ, ਪਰ ਸਰਕਾਰ ਕਹਿੰਦੀ ਅਸੀਂ ਪੂਰਾ ਕਰਤਾ। ਸੋ ਮੇਰੇ ਤੇ ਸਰਕਾਰ 'ਚ ਇਹੀ ਫਰਕ ਹੈ। ਸਰਕਾਰ ਕਹਿੰਦੀ ਵਾਅਦਾ ਪੂਰਾ ਕਰਤਾ, ਮੈਨੂੰ ਲੱਗਦਾ ਵਾਅਦਾ ਪੂਰਾ ਹੋਣਾ ਸ਼ੁਰੂ ਹੋਇਆ। ਸੋ ਹੁਣ ਉਮੀਦ ਇਹ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਗੱਦੇ ਗੁੱਦੇ ਸਾਰੇ ਨਵੇਂ ਆ ਗਏ ਹੋਣੇ ਆ ਜੀ ਇਹਨਾਂ 'ਚ। ਤਾਂ ਹੁਣ ਮੈਨੂੰ ਇਹ ਨਹੀਂ ਪਤਾ ਕਿ ਬਾਬਾ ਫਰੀਦ ਯੂਨੀਵਰਸਿਟੀ 'ਚ ਗੱਦੇ ਨਵੇਂ ਭੇਜੇ ਕਿ ਨਹੀਂ ਭੇਜੇ। ਇਹਨਾਂ ਬੈਡਾਂ ਤੇ ਤਾਂ ਗੱਦੇ ਨਵੇਂ ਲੱਗੇ ਹੋਣੇ ਆ। ਫਿਰ ਕੱਲੇ ਬਾਬਾ ਫਰੀਦ ਯੂਨੀਵਰਸਿਟੀ 'ਚ ਗੱਦੇ ਨਹੀਂ ਨਵੇਂ ਭੇਜਣੇ, ਸਾਰੇ ਹਸਪਤਾਲਾਂ 'ਚ ਗੱਦੇ ਨਵੇਂ ਭੇਜ ਦਿਓ ਭਾਈ। ਬਾਕੀ ਹਸਪਤਾਲਾਂ ਨੇ ਕੀ ਵਿਗਾੜਿਆ? ਮੈਂ ਕੱਲ ਲੁਧਿਆਣੇ ਦੇ ਸਿਵਲ ਹਸਪਤਾਲ 'ਚ ਪਤਾ ਕੀਤਾ, ਉੱਥੇ ਵੀ ਗੱਦੇ ਬਹੁਤ ਮੈਲੇ ਨੇ। ਤੇ ਮੈਨੂੰ ਲੱਗਦਾ ਜਿੱਦਣ ਹੁਣ ਸਿਹਤ ਮੰਤਰੀ ਜੀ ਆਇਆ ਕਰਨਗੇ ਨਾ ਜੀ, ਉਦਣ ਡੀਸੀ ਸਾਹਿਬ, ਕਮਿਸ਼ਨਰ ਸਾਹਿਬ, ਸਿਵਲ ਸਰਜਨ ਸਾਹਿਬ ਨੇ ਨੇੜੇ ਨਹੀਂ ਲੱਗਿਆ ਕਰਨਾ। ਪਤਾ ਨਹੀਂ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਨੇ ਕਿਹੜਾ ਅਫਸਰ ਗੱਦੇ ਤੇ ਲਿਟਾ ਦੇਣਾ। ਸੋ ਇਹ ਸਾਡਾ, ਬਾਕੀ ਤੁਹਾਨੂੰ ਵੀ ਬਹੁਤ ਮੁਬਾਰਕਾਂ, ਸਾਰੇ ਪੰਜਾਬੀਆਂ ਨੂੰ ਮੁਬਾਰਕਾਂ ਭਾਈ। ਚਲੋ ਸ਼ੁਰੂ ਤਾਂ ਹੋ ਗਏ ਮੁਹੱਲਾ ਕਲੀਨਿਕ, ਔਰ ਜੇ ਸੱਚਮੁੱਚ 90% ਲੋਕਾਂ ਦਾ ਇਲਾਜ ਮੁਹੱਲਾ ਕਲੀਨਿਕਾਂ 'ਚ ਹੋ ਗਿਆ ਜੀ, ਤੇ ਫਿਰ ਭਗਵੰਤ ਮਾਨ ਨੂੰ ਮੈਂ ਜ਼ਰੂਰ ਸਲੂਟ ਕਰੂੰਗਾ। ਫਿਰ ਮੈਂ ਸਲੂਟ ਮਾਰ ਦੂੰਗਾ ਭਗਵੰਤ ਮਾਨ ਨੂੰ, ਕੋਈ ਦਿੱਕਤ ਨਹੀਂ। ਵੈਸੇ ਮੈਂ ਅੱਜ ਤੱਕ ਸਿਰਫ ਤਿਰੰਗੇ ਝੰਡੇ ਨੂੰ, ਸਾਡੇ ਧਰਮ ਦੇ ਝੰਡੇ ਨੂੰ ਸਲੂਟ ਕਰਦਾ ਹਮੇਸ਼ਾ। जी 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 बिल्कुल। सो नल्ला जी, जिस करके आम आदमी पार्टी ਨੂੰ ਬਹੁਤ ਸਾਰੇ ਵਿਰੋਧ ਵੀ ਝੇਲਣੇ ਪੈਂਦੇ ਆ ਇਸ਼ਤਿਹਾਰਾਂ ਦੀ ਗੱਲਾਂ ਨੂੰ ਲੈ ਕੇ। ਸੋ ਤੁਹਾਡਾ ਵੀ ਚਾਹ ਪੂਰਾ ਜ਼ਰੂਰ ਹੋ ਗਿਆ ਹੁਣ ਅੱਜ ਕੇ ਢੇਰ ਸਾਰੇ ਇਸ਼ਤਿਹਾਰ ਇੱਕ ਵਾਰ ਫਿਰ ਤੋਂ ਅਖਬਾਰਾਂ ਦੇ ਫਰੰਟ ਪੇਜ ਦੇ ਉੱਪਰ ਵੇਖਣ ਨੂੰ ਮਿਲੇ ਨੇ। ਸੋ ਕੀ ਕਹੋਗੇ ਕਿ ਇੱਕ ਆਮ ਆਦਮੀ ਪਾਰਟੀ ਇਸ ਗੱਲ ਨੂੰ ਲੈ ਕੇ ਵੀ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ, ਜਦੋਂ ਤੋਂ ਉਹਨਾਂ ਦੀ ਸਰਕਾਰ ਬਣੀ ਹੈ ਚਰਚਾ ਬਣੀ ਰਹਿੰਦੀ ਹੈ ਕਿ ਇਸ਼ਤਿਹਾਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਹ ਅੱਗੇ ਰਹਿੰਦੇ ਨੇ, ਬਹੁਤ ਇਸ਼ਤਿਹਾਰ ਛਾਪਦੇ ਨੇ। ਅੱਜ ਦੇ ਇਸ਼ਤਿਹਾਰਾਂ ਬਾਰੇ ਕੀ ਕਹੋਗੇ? ਦੇਖੋ, ਮੈਂ ਅੱਜ ਅਖਬਾਰ ਜ਼ਿਆਦਾ ਮੰਗਾਏ ਸੀ ਜੀ। ਸੋ ਮੈਂ ਸਾਰੇ ਅਖਬਾਰ ਦੇਖੇ ਤੇ ਖਬਰਾਂ ਤਾਂ ਅਖਬਾਰਾਂ 'ਚ ਚੰਗੀਆਂ ਨੇ, ਦਿਨ ਵੀ ਬਹੁਤ ਵੱਡਾ ਹੈ। ਪਰ ਮੈਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੋਇਆ ਕਿ ਇੰਨੇ ਇਸ਼ਤਿਹਾਰਾਂ ਦੀ ਲੋੜ ਨਹੀਂ ਸੀ। ਸੋ ਇਸ਼ਤਿਹਾਰਾਂ ਤੇ ਜਿਹੜਾ ਪੈਸਾ ਹੈ ਉਹ ਬਚਾਇਆ ਜਾ ਸਕਦਾ ਸੀ। ਜਿੰਨਾ ਪੈਸਾ ਇਹਨਾਂ ਇਸ਼ਤਿਹਾਰਾਂ ਤੇ ਹੈ, ਉਹਨੇ ਪੈਸੇ ਨਾਲ ਸਾਡੇ ਕੱਚੇ ਮੁਲਾਜ਼ਮ ਪੱਕੇ ਕਰਨ ਵਾਲੇ ਪਾਸੇ ਰੱਖ ਲਓ। ਉਹਨੇ ਪੈਸੇ ਨਾਲ ਹੋਰ ਮੁਹੱਲਾ ਕਲੀਨਿਕ ਬਣਨਗੇ, ਹੋਰ ਸਮਾਨ ਆਊਗਾ। ਦੇਖੋ, ਮੁਹੱਲਾ ਕਲੀਨਿਕ ਵੀ ਰੈਫਰਲ ਕਲੀਨਿਕ ਨੇ। ਇੱਥੇ ਡਾਕਟਰਾਂ ਨੇ ਦੱਸਣਾ ਹੈ ਵੀ ਭਾਈ ਤੁਸੀਂ ਇਸ ਹਸਪਤਾਲ ਜਾ ਕੇ ਇਲਾਜ ਕਰਾ ਲਓ, ਕਿਉਂਕਿ ਇਹਦੇ 'ਚ ਟੈਸਟ ਹੋਣਗੇ, ਡੇਂਗੂ ਦੀਆਂ ਦਵਾਈਆਂ ਦੇ ਦੇਣਗੇ, ਕੋਵਿਡ ਦੀ ਦਵਾਈ ਦਿੱਤੀ ਜਾਊਗੀ, ਟੈਸਟ ਹੋਣਗੇ ਕਈ ਤਰ੍ਹਾਂ ਦੇ। ਉਹ ਦੇਖਦੇ ਆ ਵਿਸਥਾਰ 'ਚ ਆਉਂਦੇ ਦਿਨਾਂ 'ਚ ਕਿ ਕਿੰਨੇ 100 ਟੈਸਟ ਹੁੰਦੇ ਨੇ। ਸੋ ਇਸ ਕਰਕੇ ਜੀ ਮੁਹੱਲਾ ਕਲੀਨਿਕ ਦਾ ਅਸਲ ਉਦੇਸ਼ ਕਿੰਨਾ ਕਾਮਯਾਬ ਹੁੰਦਾ ਹੈ, ਇਹ ਤਾਂ ਹੁਣ ਜਿਵੇਂ ਜਿਵੇਂ ਆਉਂਦੇ ਦਿਨਾਂ 'ਚ ਮੁਹੱਲਾ ਕਲੀਨਿਕ ਦੀ ਪਰਫਾਰਮੈਂਸ ਤੋਂ ਪਤਾ ਲੱਗੂਗਾ। ਪਰ ਇਸ਼ਤਿਹਾਰਾਂ ਦਾ ਚਾਅ ਸਰਕਾਰ ਨੂੰ ਬਹੁਤ ਹੈ, ਦਿੱਲੀ ਵਾਲੀ ਨੂੰ ਵੀ ਬਹੁਤ ਹੈ। ਸ਼ੁਰੂ 'ਚ ਜਦੋਂ ਨਵੀਂ ਸਰਕਾਰ ਆਈ, ਮੋਦੀ ਸਾਹਿਬ ਦੀ ਸਰਕਾਰ ਵੀ ਬਹੁਤ ਇਸ਼ਤਿਹਾਰ ਛਾਪਦੀ ਸੀ। ਅਸਲ 'ਚ ਜ਼ਿਆਦਾ ਇਸ਼ਤਿਹਾਰ ਛਪਣੇ ਸ਼ੁਰੂ ਹੋਏ ਜਦੋਂ ਪ੍ਰਮੋਦ ਮਹਾਜਨ ਸੂਚਨਾ ਤੇ ਪ੍ਰਸਾਰਣ ਮੰਤਰੀ ਸੀ। ਜਦੋਂ ਅਟਲ ਬਿਹਾਰੀ ਵਾਜਪਾਈ ਸਾਹਿਬ ਪ੍ਰਧਾਨ ਮੰਤਰੀ ਸੀ, ਉਦੋਂ ਕੰਪੇਨ ਬੀਜੇਪੀ ਨੇ ਇੱਕ ਤਰੀਕੇ ਦੀ ਬਣਾਤੀ ਸੀ, ਸ਼ਾਈਨਿੰਗ ਇੰਡੀਆ। ਤੇ ਉਹ ਸ਼ਬਦ ਅੰਗਰੇਜ਼ੀ ਦੇ ਸੀ। ਬਹੁਤੇ ਸਾਡੇ ਵਰਗੇ ਅਸੀਂ ਦੇਸੀ ਪੰਜਾਬੀ ਤੇ ਦੇਸੀ ਭਾਰਤੀ ਆ, ਤੇ ਸਾਨੂੰ ਸ਼ਾਈਨਿੰਗ ਇੰਡੀਆ ਦਾ ਮਤਲਬ ਹੀ ਨਹੀਂ ਸਮਝ ਆਇਆ। ਅਸੀਂ ਤਾਂ ਉਹ ਫੇਲ ਹੋ ਗਈ, ਉਹਨਾਂ ਦੀ ਸਰਕਾਰ ਨਹੀਂ ਬਣੀ ਅਟਲ ਬਿਹਾਰੀ ਵਾਜਪਾਈ ਸਾਹਿਬ ਦੀ। ਜਦ ਕਿ ਅਟਲ ਬਿਹਾਰੀ ਵਾਜਪਾਈ ਬਹੁਤ ਚੰਗੇ ਪ੍ਰਧਾਨ ਮੰਤਰੀ ਸੀ। ਭਾਰਤ ਔਰ ਪਾਕਿਸਤਾਨ 'ਚ ਉਹਨਾਂ ਨੇ ਦੇਖੋ ਬੱਸ ਚਲਾਤੀ ਸੀ ਸਾਡੀ। ਬਿਲਕੁਲ। ਸੋ ਇਸ ਕਰਕੇ ਅਟਲ ਬਿਹਾਰੀ ਵਾਜਪਾਈ ਉਹਨਾਂ ਨੂੰ ਮੈਂ ਕੱਲ ਵੀ ਯਾਦ ਕਰਦਾ ਸੀ। ਕੱਲ ਮੈਂ ਇੱਕ ਉਹਨਾਂ ਦੀ ਵੀਡੀਓ ਦੇਖੀ ਅਟਲ ਬਿਹਾਰੀ ਵਾਜਪਾਈ ਸਾਹਿਬ ਦੀ,
ਦੇਸ਼ ਦੀ ਆਜ਼ਾਦੀ ਦੇ ਉੱਤੇ ਉਹਨਾਂ ਦੀ ਵੀਡੀਓ ਸੀ, ਜਿਹੜੀ ਅਸਲ ਸਥਿਤੀ ਨੂੰ ਉਜਾਗਰ ਕਰ ਰਹੀ ਸੀ ਦੇਸ਼ ਦੀ ਆਜ਼ਾਦੀ ਦੀ। ਅੱਜ ਵੀ ਦੇਸ਼ ਦੀ ਆਜ਼ਾਦੀ ਨੂੰ ਭਾਵੇਂ ਸਾਨੂੰ ਅੱਜ 75 ਸਾਲ ਹੋ ਗਏ, ਅਸੀਂ 75ਵੀਂ ਆਪਣੀ ਸਾਲਗਿਰਾ ਮਨਾ ਰਹੇ ਹਾਂ, ਪਰ ਅੱਜ ਵੀ ਬਹੁਤ ਵੱਡੀਆਂ ਚੁਣੌਤੀਆਂ ਨੇ। ਹਸਪਤਾਲਾਂ 'ਚ ਇਲਾਜ ਨਹੀਂ। ਮੋਦੀ ਸਾਹਿਬ ਦਾ ਧੰਨਵਾਦ, ਉਹਨਾਂ ਨੇ ਜਿਹੜੀ ਮੈਡੀਕਲ ਬੀਮਾ ਯੋਜਨਾ ਸ਼ੁਰੂ ਕੀਤੀ ਹੈ, ਬਹੁਤ ਵੱਡੀ ਯੋਜਨਾ ਹੈ। ਪਰ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਸ਼ਾਇਦ ਸਾਲ ਬਾਅਦ ਇਹਦੀ ਪੰਜਾਬ 'ਚ ਲੋੜ ਹੀ ਨਾ ਪਵੇ, ਅਸੀਂ ਮਹੱਲਾ ਕਲੀਨਿਕ ਹੀ ਐਦਾਂ ਦੇ ਬਣਾ ਦੇਣੇ ਨੇ। ਮਹੱਲਾ ਕਲੀਨਿਕਾਂ 'ਚ ਸਰਜਰੀਆਂ ਨਹੀਂ ਹੋ ਸਕਦੀਆਂ, ਮਹੱਲਾ ਕਲੀਨਿਕਾਂ 'ਚ ਬੈੱਡ ਨਹੀਂ ਲੱਗ ਸਕਦੇ। ਇਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਮਹੱਲਾ ਕਲੀਨਿਕ ਦੇ ਨਾਲ ਮਹੱਲੇ 'ਚੋਂ ਘਰ ਐਕਵਾਇਰ ਕਰ ਲਏ ਜਾਣ, ਵੀ ਉੱਥੇ ਬੈੱਡ ਲਾ ਦਿਓ, ਕਿਉਂਕਿ ਛੋਟੇ ਛੋਟੇ ਸੇਵਾ ਕੇਂਦਰ ਨੇ, ਉੱਥੇ ਸਰਜਰੀਆਂ ਨਹੀਂ ਹੋ ਸਕਦੀਆਂ, ਆਪਰੇਸ਼ਨ ਨਹੀਂ ਹੋ ਸਕਦੇ। ਉੱਥੇ ਥੋੜੇ ਬੰਦਿਆਂ ਦਾ ਸਟਾਫ ਹੈ, ਉੱਥੇ 4 5 6 ਬੰਦਿਆਂ ਦਾ ਹੀ ਸਟਾਫ ਮੈਨੂੰ ਪਤਾ ਲੱਗਿਆ। ਸੋ ਇਸ ਕਰਕੇ, ਪਰ ਠੀਕ ਹੈ ਜੀ, ਹੁਣ ਸਰਕਾਰਾਂ ਨੂੰ ਚਾਹ ਹੈ ਹਰਜੋਤ ਜੀ ਇਸ਼ਤਿਹਾਰ, ਮੈਨੂੰ ਲੱਗਦਾ ਸਰਕਾਰਾਂ ਇਸ਼ਤਿਹਾਰ ਇਸ ਕਰਕੇ ਵੀ ਛਾਪ ਦਿੰਦੀਆਂ ਨੇ ਵੀ ਭਾਈ ਸੇਵਾ ਕੇਂਦਰਾਂ 'ਚ ਮਹੱਲਾ ਕਲੀਨਿਕ ਬਣ ਗਏ, ਕਿਤੇ ਫਰਦ ਲੈਣ ਨਾ ਚੱਲ ਜਿਓ, ਕਿਤੇ ਰਾਸ਼ਨ ਕਾਰਡ ਦਾ ਕਾਗਜ਼ ਨਾ ਲੈ ਜਿਓ ਸੇਵਾ ਕੇਂਦਰ 'ਚ, ਆਦਮੀ ਕਲੀਨਿਕ ਬਣ ਗਿਆ। ਸੋ ਸਰਕਾਰਾਂ ਕੋਲੇ ਤਰਕ ਨੇ, ਇਸ਼ਤਿਹਾਰਾਂ ਦਾ ਬਜਟ ਹੈ। ਸੋ ਜੀ ਅਸਲ 'ਚ ਇਸ਼ਤਿਹਾਰ ਸਰਕਾਰ ਨਹੀਂ ਦੇ ਰਹੀ, ਇਸ਼ਤਿਹਾਰ ਅਸਲ 'ਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀ ਸੋਚ ਹੁੰਦੀ ਆ ਉਹ ਦਵਾਉਂਦੀ ਹੈ। ਨਹੀਂ ਤਾਂ ਸਰਕਾਰ ਤਾਂ ਸਾਡੀ ਕਰਜ਼ੇ 'ਚ ਹੈ। ਤੁਸੀਂ ਦੱਸੋ, ਅਸੀਂ ਜੇ ਕਰਜ਼ੇ 'ਚ ਹੋਈਏ ਤੇ ਅਸੀਂ ਇਸ਼ਤਿਹਾਰ ਛਾਪੀਏ ਨਾ? ਬਿਲਕੁਲ। ਸੋ ਇਸ ਕਰਕੇ ਇਹ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਸੋਚ ਹੈ, ਪ੍ਰਸਿੱਧੀ ਖੱਟਣ ਦੀ ਹਸਰਤ ਹੈ, ਉਹ ਇਸ਼ਤਿਹਾਰ ਦਵਾਉਂਦੀ ਹੈ ਸਰਕਾਰੀ। ਜੀ ਤੇ ਕਈ ਵਾਰੀ ਸਰਕਾਰਾਂ ਦੀ ਇਹ ਵੀ ਕੋਸ਼ਿਸ਼ ਹੁੰਦੀ ਹੈ ਵੀ ਅਖਬਾਰਾਂ ਵਾਲੇ ਖੁਸ਼ ਕਰਕੇ ਰੱਖੋ, ਟੈਲੀਵਿਜ਼ਨ ਵਾਲੇ ਖੁਸ਼ ਕਰਕੇ ਰੱਖੋ। ਸੋ ਜੀ ਇਸ ਕਰਕੇ ਭਾਈ ਹਿਸਾਬ ਸਿਰ ਦੇ ਖੁਸ਼ ਕਰੋ, ਐਨੇ ਨਾ ਖੁਸ਼ ਕਰੋ ਵੀ ਸਾਰੀ ਦੁਨੀਆ ਉਹਨਾਂ ਦੇ ਦੰਦ ਗਿਣੀ ਜਾਵੇ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਡੱਲਾ ਜੀ, ਜਿਸ ਪਾਸੇ ਇੱਕ ਪਾਸੇ ਜਿੱਥੇ ਅਸੀਂ ਗੱਲ ਕਰੀਏ ਸਿਆਸਤ ਬਹੁਤ ਜ਼ਿਆਦਾ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਉੱਪਰ, ਵਿਰੋਧ ਹੋਣਾ ਬਣਦਾ ਵੀ ਹੈ ਜਿੱਥੇ ਕਮੀਆਂ ਰਹਿ ਜਾਂਦੀਆਂ ਸਰਕਾਰ ਦੀਆਂ। ਅਗਰ ਅਸੀਂ ਕੱਚੇ ਮੁਲਾਜ਼ਮਾਂ ਦੀ ਗੱਲ ਕਰ ਲਈਏ, ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਪੀਆਰਟੀਸੀ ਅਤੇ ਪਨਬਸ ਦੇ ਜਿਹੜੇ ਕੱਚੇ ਮੁਲਾਜ਼ਮ ਨੇ, ਉਹਨਾਂ ਨੇ ਵੀ 14 15 ਤੇ 16 ਦੀ ਹੜਤਾਲ ਦੀ ਗੱਲ ਕਹੀ ਸੀ, ਪਰ ਜੋ ਹੈ ਹੁਣ ਹੜਤਾਲ ਉਹਨਾਂ ਨੇ 15 ਤੇ 16 ਦੀ ਜਿਹੜੀ ਮੁਲਤਵੀ ਕਰ ਦਿੱਤੀ ਗਈ ਹੈ, ਕਿਉਂਕਿ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਆਉਂਦੀ 18 ਅਗਸਤ ਨੂੰ ਜੋ ਸੀਐਮ ਦੇ ਨਾਲ ਮੀਟਿੰਗ ਹੋਏਗੀ ਤੇ ਕੋਈ ਨਾ ਕੋਈ ਹੱਲ ਕੱਢਿਆ ਜਾਏਗਾ। ਮੁਲਤਵੀ ਕਰ ਦਿੱਤੀ ਗਈ ਫਿਲਹਾਲ ਹੜਤਾਲ। ਕਿਸ ਤਰੀਕੇ ਨਾਲ ਦੇਖਦੇ ਹੋ, ਕਿ ਲੱਗਦਾ ਹੈ ਕਿ ਇਸ 18 ਨੂੰ ਜਿਹੜੀ ਅਗਰ ਮੀਟਿੰਗ ਹੋਏਗੀ ਤਾਂ ਇਹਨਾਂ ਕੱਚੇ ਮੁਲਾਜ਼ਮਾਂ ਦਾ ਕੋਈ ਹੱਲ ਹੁੰਦਾ ਦਿਖੇਗਾ? ਦੇਖੋ, ਪਹਿਲਾਂ ਤਾਂ ਬਹੁਤ ਧੰਨਵਾਦ ਹੈ ਸਾਡੇ ਪਨਬਸ ਵਾਲੇ ਮੁਲਾਜ਼ਮਾਂ ਦਾ, ਪੀਆਰਟੀਸੀ ਦਾ, ਸਾਰੀਆਂ ਜਥੇਬੰਦੀਆਂ ਦਾ। ਹੜਤਾਲ ਮੈਨੂੰ ਲੱਗਦਾ ਪਤਾ ਹੈ ਕਿਉਂ ਮੁਲਤਵੀ ਹੋਈ ਹੈ, ਕਿਉਂਕਿ ਸਰਕਾਰ ਤੇ ਦਬਾਅ ਬਣ ਗਿਆ। 15 ਅਗਸਤ ਦੇ ਸਮਾਗਮ ਨੇ ਵੱਖ-ਵੱਖ ਮੰਤਰੀਆਂ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਝੰਡੇ ਲਹਿਰਾਉਣੇ, ਮੁੱਖ ਮੰਤਰੀ ਨੇ ਝੰਡੇ ਲਹਿਰਾਉਣੇ ਸੀ, ਮੁੱਖ ਮੰਤਰੀ ਨੇ ਲੁਧਿਆਣੇ 'ਚ ਝੰਡਾ ਲਹਿਰਾਉਣਾ ਸੀ। ਜੇ ਬੱਸਾਂ ਨਾ ਚੱਲਦੀਆਂ ਪਨਬਸ ਪੀਆਰਟੀਸੀ, ਸਰਕਾਰੀ ਮੁਲਾਜ਼ਮ ਪਹੁੰਚ ਨਹੀਂ ਸੀ ਸਕਣੇ। ਹਰਜੋਤ, ਸਰਕਾਰੀ ਮੁਲਾਜ਼ਮ ਸਾਡੇ ਸਰਕਾਰੀ ਬੱਸਾਂ 'ਚ ਹੀ ਸਫ਼ਰ ਕਰਦੇ ਨੇ। ਮੈਂ ਕਿੰਨੀ ਵਾਰੀ ਲੁਧਿਆਣਾ, ਚੰਡੀਗੜ੍ਹੋਂ ਜਲੰਧਰ, ਮੈਂ ਬੱਸਾਂ 'ਚ ਸਫ਼ਰ ਕਰਦਾ ਹੀ ਰਹਿਣਾ, ਮੈਂ ਦੇਖਦਾ ਉੱਥੇ ਸਰਕਾਰੀ ਮੁਲਾਜ਼ਮ ਮੈਨੂੰ ਮਿਲਦੇ ਰਹਿੰਦੇ। ਗੱਲਾਂ ਪੁਰਾਣੀਆਂ ਸਰਕਾਰਾਂ ਦੀਆਂ ਵੀ ਹੁੰਦੀਆਂ ਫਿਰ ਮੁਲਾਜ਼ਮਾਂ ਨਾਲ। ਨਵਜੋਤ ਸਿੰਘ ਸਿੱਧੂ ਨੂੰ ਵੀ ਯਾਦ ਕਰਦੇ ਸਰਕਾਰੀ ਮੁਲਾਜ਼ਮ, ਵੀ ਉਹਦੇ ਕੋਲੇ ਪਲਾਨ ਸੀ ਨਵਜੋਤ ਸਿੰਘ ਸਿੱਧੂ ਕੋਲੇ। ਤੇ ਨਵੀਂ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਵੀ ਉਹ ਜ਼ਿਕਰ ਕਰਦੇ ਆ। ਸੋ ਮੇਰਾ ਇਹ ਮੰਨਣਾ ਹੈ ਕਿ ਸਾਡੇ ਮੁਲਾਜ਼ਮਾਂ ਨੇ ਮਹਿਸੂਸ ਕੀਤਾ ਹੋਣਾ, ਜਥੇਬੰਦੀਆਂ ਨੇ, ਕਿ ਸਰਕਾਰ ਸਾਡੇ ਤੇ ਕਿਤੇ ਇਲਜ਼ਾਮ ਨਾ ਲਾ ਦੇ ਵੀ ਹੜਤਾਲ ਕਰਕੇ ਮੁਲਾਜ਼ਮ ਸਮਾਗਮਾਂ 'ਚ ਨਹੀਂ ਪਹੁੰਚ ਸਕੇ ਤੇ ਸਰਕਾਰੀ ਪ੍ਰੋਗਰਾਮ ਬੰਦੋਬਸਤ ਉਹਨਾਂ ਦਾ ਠੀਕ ਨਹੀਂ ਹੋ ਸਕਿਆ। ਇਸ ਕਰਕੇ ਮੈਨੂੰ ਲੱਗਦਾ ਸਰਕਾਰੀ ਮੁਲਾਜ਼ਮਾਂ ਨੇ ਵੱਡਾ ਦਿਲ ਦਿਖਾਇਆ, ਸਾਡੇ ਪਨਬਸ ਵਾਲਿਆਂ ਨੇ, ਪੀਆਰਟੀਸੀ ਵਾਲਿਆਂ ਨੇ, ਕਿ ਅਸੀਂ 15 ਅਗਸਤ ਕਰਕੇ ਅਸੀਂ ਮੁਲਤਵੀ ਕਰਦੇ ਹਾਂ। ਦੇਖੋ, ਕੱਲ 14 ਅਗਸਤ ਸੀ। 14 ਅਗਸਤ ਨੂੰ ਇਹੋ ਜਿਹੀ ਹੜਤਾਲ ਹੋਈ, ਸਰਕਾਰ ਦੀਆਂ ਅੱਖਾਂ 'ਚੋਂ ਉਸ ਤਰ੍ਹਾਂ ਦੇ ਹੰਝੂ ਆ ਗਏ ਜਿੱਦਾਂ ਦੇ ਪਿਆਜ਼ ਕੱਟਦੇ ਸਮੇਂ ਆਉਂਦੇ। ਸਾਡੇ ਟਰਾਂਸਪੋਰਟ ਮੰਤਰੀ ਨੇ ਬਿਆਨ ਜਾਰੀ ਕਰਤਾ, ਵੀਡੀਓ ਜਾਰੀ ਕਰਤੀ, ਬੇਨਤੀ ਕਰਤੀ ਵੀ ਭਾਈ ਹੜਤਾਲ ਮੁਲਤਵੀ ਕਰ ਲਓ, ਤੇ ਉਹ ਮੰਨੀ ਮੁਲਾਜ਼ਮਾਂ ਨੇ। ਮੁਲਾਜ਼ਮ ਹਮੇਸ਼ਾ ਗੱਲ ਮੰਨਦੇ ਨੇ, ਗੱਲਾਂ ਕੌਣ ਨਹੀਂ ਮੰਨਦੀ? ਸਰਕਾਰ। ਜੇ ਚੰਨੀ ਸਾਹਿਬ ਨੇ ਗੱਲ ਮੰਨੀ ਹੁੰਦੀ ਅੱਜ ਇਹ ਨੌਬਤ ਹੀ ਨਹੀਂ ਸੀ ਆਉਣੀ।
ਜੇ ਕੈਪਟਨ ਅਮਰਿੰਦਰ ਨੇ ਇਹ ਗੱਲ ਮੰਨੀ ਹੁੰਦੀ ਅੱਜ ਇਹ ਨੌਬਤ ਨਹੀਂ ਸੀ ਆਉਣੀ। ਜੇ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਮੰਨੀ ਹੁੰਦੀ ਅੱਜ ਇਹ ਨੌਬਤ ਨਹੀਂ ਸੀ ਆਉਣੀ। ਔਰ ਕਿਸੇ ਨੇ ਇਹ ਗੱਲ ਨਹੀਂ ਸੀ ਮੰਨੀ ਤਾਂ ਹੀ ਇਹ ਨੌਬਤ ਆਈ ਕਿ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ। ਤੇ ਹੁਣ ਜੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਵੀ ਗੱਲ ਨਹੀਂ ਮੰਨੂ ਤੇ ਫਿਰ ਅਗਲੀ ਵਾਰੀ 5 ਸਾਲਾਂ ਬਾਅਦ ਜਾਂ ਕਦੇ ਵੀ, ਕਿਉਂਕਿ ਅੱਜ ਕੱਲ ਵਾਇਰਸ ਲੱਗ ਜਾਂਦਾ ਸਰਕਾਰਾਂ ਨੂੰ ਤੇ ਉਹ ਸਰਕਾਰ ਡਿੱਗ ਜਾਂਦੀ ਹੈ। ਜਿੱਦਾਂ ਹੀ ਕੋਈ ਵਾਇਰਸ, ਜਿਵੇਂ ਦੇਖੋ ਲੰਪੀ ਸਕਿਨ ਦੀ ਬਿਮਾਰੀ ਆ ਗਈ ਸਾਡੀਆਂ ਗਾਵਾਂ ਨੂੰ, ਸਾਡੇ ਗਊਧਨ ਨੂੰ, ਜਿਵੇਂ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ, ਦੇਖੋ ਚਿੱਟੀ ਸੁੰਡੀ ਦਾ ਹਮਲਾ, ਨਦੀਨ ਨਾਸ਼ਕਾ ਦਾ ਹਮਲਾ, ਇਸੇ ਤਰ੍ਹਾਂ ਸਿਆਸੀ ਵਾਇਰਸ ਵੀ ਹੈ। ਜਿਵੇਂ ਮਨੁੱਖ ਨੂੰ ਕੋਵਿਡ ਹੋ ਜਾਂਦਾ ਹੈ, ਉਹਦੀ ਜਾਨ ਨੂੰ ਖਤਰਾ ਪੈ ਜਾਂਦਾ ਹੈ, ਦੁਬਾਰਾ ਫੇਰ ਕਹਿੰਦੇ ਕੋਵਿਡ ਵਾਲਾ ਖਤਰਾ ਖੜਾ ਹੋ ਗਿਆ। ਇਸੇ ਤਰ੍ਹਾਂ ਸਰਕਾਰਾਂ ਦਾ ਭਰੋਸਾ ਕੁਝ ਨਹੀਂ ਹੁੰਦਾ ਅੱਜ ਕੱਲ। ਪਤਾ ਨਹੀਂ ਕਿਹੜੇ ਟਾਈਮ ਉਹ ਪੋਲੀਟੀਕਲ ਵਾਇਰਸ ਚਿੰਬੜ ਜਾਂਦਾ ਹੈ ਤੇ ਸਰਕਾਰ ਡਿੱਗ ਜਾਂਦੀ। ਹਾਲ ਦੀ ਘੜੀ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਨੇ, ਔਰ ਜੇ ਭਗਵੰਤ ਮਾਨ ਸਾਹਿਬ ਨੇ ਵੀ ਨਾ ਸੁਣੀ ਮੁਲਾਜ਼ਮਾਂ ਦੀ, ਜੀ ਦੇਖੋ ਟ੍ਰੇਲਰ ਤਾਂ ਦਿਖਾਤਾ ਮੁਲਾਜ਼ਮਾਂ ਨੇ ਸੰਗਰੂਰ ਚ ਮੁਲਾਜ਼ਮਾਂ ਨੇ ਟ੍ਰੇਲਰ ਦਿਖਾਤਾ, ਨਹੀਂ ਤਾਂ ਲੋਕਾਂ ਨੇ ਅਗਲੀਆਂ ਜਿਹੜੀਆਂ ਵੋਟਾਂ ਪਹਿਲਾਂ ਹੋਣਗੀਆਂ ਉਹਦੇ ਚ ਟ੍ਰੇਲਰ ਦਿਖਾ ਦੇਣਾ। ਜੇ 24 ਦੀਆਂ ਪਹਿਲਾਂ ਆ ਗਈਆਂ 24 ਚ ਟ੍ਰੇਲਰ ਦਿਖਾ ਦੇਣਾ। ਸੋ ਇਸ ਕਰਕੇ ਮੁਲਾਜ਼ਮਾਂ ਦੇ ਨਾਲ ਤਾਂ ਸੱਚ ਦੇ ਰਾਹ ਤੇ ਤੁਰਨਾ ਪਊਗਾ। ਜੇ ਕਿਹਾ ਕੱਚੇ ਮੁਲਾਜ਼ਮ ਪੱਕੇ ਕਰਨੇ ਤਾਂ ਕਰਨੇ ਪੈਣੇ ਤੇ ਕਰਨੇ ਚਾਹੀਦੇ ਨੇ। ਇਹਦਾ ਮਤਲਬ ਹੈ ਸਰਕਾਰ, ਦੇਖੋ ਇਹ ਠੀਕ ਉਵੇਂ ਹੀ ਹੋਇਆ ਜਿਵੇਂ ਮਨਪ੍ਰੀਤ ਬਾਦਲ ਔਰ ਕੈਪਟਨ ਅਮਰਿੰਦਰ ਕਹਿੰਦੇ ਸੀ ਕਿ ਸਾਡੇ ਕੋਲੇ ਪੂਰੀ ਯੋਜਨਾ ਹੈ, ਤੁਸੀਂ ਕਿਸ਼ਤਾਂ ਨਾ ਮੋੜਿਓ। ਤੇ ਕਿਸਾਨਾਂ ਨੇ ਬਹੁਤਿਆਂ ਨੇ ਕਿਸ਼ਤਾਂ ਨਹੀਂ ਮੋੜੀਆਂ ਤੇ ਉਹ ਟੈਕਸ ਪੈ ਗਏ, ਉਹਨਾਂ ਨੂੰ ਪੈਨਲਟੀਆਂ ਪੈ ਗਈਆਂ। ਤੇ ਕੈਪਟਨ ਅਮਰਿੰਦਰ ਸਾਹਿਬ ਤਾਂ ਹੁਣ ਵੀ ਬੈਠੇ ਆਪਣੇ ਫਾਰਮ ਹਾਊਸ, ਕਦੀ ਬਾਹਰ ਚਲੇ ਜਾਂਦੇ, ਕਦੀ ਪਹਾੜਾਂ 'ਚ ਚਲੇ ਜਾਂਦੇ। ਦਿੱਕਤ ਆਮ ਕਿਸਾਨਾਂ ਨੂੰ ਹੋਈ ਨਾ। ਸੋ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ, ਕੋਈ ਵੀ ਮਿੰਨਤ ਤਰਲਾ ਕਰ ਲੈਣ ਸਾਡੇ ਮੁੱਖ ਮੰਤਰੀ ਸਾਹਿਬ ਦਾ, ਗਵਰਨਰ ਸਾਹਿਬ ਦਾ, ਸਹੀ ਪਵਾ ਲੈਣ ਉਸ ਫਾਈਲ ਤੇ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਫਾਈਲ ਭੇਜੀ ਸੀ, ਚਰਨਜੀਤ ਚੰਨੀ ਨੇ ਵੀ ਫਾਈਲ ਭੇਜੀ ਸੀ। ਅਸਲ 'ਚ ਇਹ ਲੋਕ ਫਾਈਲ ਭੇਜ ਕੇ ਇਸ਼ਤਿਹਾਰ ਲਵਾ ਲੈਂਦੇ। ਚਰਨਜੀਤ ਚੰਨੀ ਨੇ ਵੀ ਵਿਧਾਨ ਸਭਾ 'ਚ ਮਤਾ ਪਾਸ ਕੀਤਾ, ਇਸ਼ਤਿਹਾਰ ਲਵਾ ਲੇ। ਤੇ ਸਾਡੀ ਸਰਕਾਰ ਨੇ ਵੀ ਐਲਾਨ ਕਰਕੇ ਵੀ ਕੱਚੇ ਮੁਲਾਜ਼ਮ ਪੱਕੇ ਕਰਾਂਗੇ। ਜਦੋਂ ਸਰਕਾਰ ਬਦਲੀ, ਐਲਾਨ ਕਰਤੇ, ਇਸ਼ਤਿਹਾਰ ਛਪ ਗਏ ਵੀ ਕੱਚੇ ਮੁਲਾਜ਼ਮ ਪੱਕੇ ਹੋ ਜਾਣਗੇ, ਪਰ ਹੋਏ ਨਹੀਂ। ਸੋ ਕੱਚੇ ਮੁਲਾਜ਼ਮ ਸਾਡੇ ਇੱਟ ਵਰਗੇ ਪੱਕੇ ਹੋਣੇ ਚਾਹੀਦੇ ਨੇ, ਤਾਂ ਸਬਰ ਆਊਗਾ ਜੀ। ਬਿਲਕੁਲ। ਬਾਕੀ 18 ਅਗਸਤ ਤੋਂ ਜਿਹੜੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਹੀ ਚੀਜ਼ਾਂ ਸਾਫ਼ ਪਤਾ ਲੱਗਣਗੀਆਂ ਕਿ ਹੁਣ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਕਦੋਂ ਪੱਕੇ ਕੀਤਾ ਜਾਏਗਾ। ਜੀ ਡੱਲਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੀਆਂ ਖਬਰਾਂ ਦੀ ਪੜਤਾਲ ਕਰਕੇ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੇ ਕਰਨ ਲਈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਇੱਕ ਵਾਰ ਫਿਰ ਤੋਂ ਜਾਂਦੇ ਜਾਂਦੇ ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਤੇ ਇਸ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ।